ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਵਾਰ ਵਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਨਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਬੰਦੋ ਚੜ ਉਤਰਿਓ, ਸਿਹਰ ਖੰਡੋ ਗਰਾਮ। ਚਿੱਠੇ ਲਿਖੇ ਪੰਜਾਬ ਨੂੰ, ਲੈ ਲੈ ਸਿੰਘਨ ਨਾਮ। ਤਬ ਬੰਦੋ ਚੜ ਉਤਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਦੀਨ ਦਿਆਲ ਦੀਨਾ ਬੰਧੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਕਲਗੀਧਰ ਪਿਤਾ, ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਦੀਨ ਦਿਆਲ ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਦੀਆਂ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਵਡਭਾਗੀ ਹੋ, ਜਿਨ੍ਹਾਂ ਨੂੰ ਧੰਨ ਧੰਨ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਨਗਾਰਚੀ, ਜੋ ਸ਼ਸਤਰ ਵਿੱਦਿਆ ਵਿੱਚ ਮਹਾਨ ਨਿਪੁੰਨ ਸਨ, ਉਹਨਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ 'ਤੇ ਆਪ ਸੰਗਤਾਂ ਜਿਨ੍ਹਾਂ ਦੇ ਭਾਗਾਂ ਕਰਮਾਂ ਵਿੱਚ ਹੈ, ਉਹ ਸਮੇਂ-ਸਮੇਂ ਦੇ ਨਾਲ ਦਰਸ਼ਨ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ ਉਹਨਾਂ ਦੇ ਜਿਹੜੇ ਹੈ ਯਾਦਾਂ ਨੂੰ ਦੇਖ ਕਰਕੇ, ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਕੇ
ਆਪਣੇ ਜਨਮ ਨੂੰ ਉਸ ਗੁਰੂ ਕੇ ਸੰਗਤਾਂ ਸਫਲਾ ਕਰਦੀਆਂ ਹੈ। ਜੋ ਸਤਿਗੁਰੂ ਕੇ ਮਹਾਂਪੁਰਖ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀਏ ਦਾਨ ਦੇ ਭਗਤੀ ਲਾਇਨ, ਹਰਿ ਸੋ ਲੈਨ ਮਿਲਾਏ। ਜਿਨ੍ਹਾਂ ਮਹਾਂਪੁਰਖਾਂ ਨੇ, ਧੰਨ ਧੰਨ ਬਾਬਾ ਅਜਾਪਾਲ ਸਿੰਘ ਜੀ ਹੁਣਾਂ ਨੇ ਇਸ ਸਥਾਨ ਤੇ ਕਾਫੀ ਲੰਮਾ ਸਮਾਂ ਪਰਮੇਸ਼ਰ ਦੀ ਬੰਦਗੀ ਕੀਤੀ। ਵਾਹਿਗੁਰੂ ਦੇ ਚਰਨਾਂ ਦਾ ਚਿੰਤਨ ਕਰਦੇ ਕਰਦੇ ਇੱਕ ਦਿਨ ਉਸ ਵਾਹਿਗੁਰੂ ਦਾ ਹੀ ਸਤਿਗੁਰੂ ਕੇ ਸਰੂਪ ਹੋ ਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਇਸੇ ਸਥਾਨ ਤੇ ਉਹਨਾਂ ਨੇ ਆਪਣਾ ਸਰੀਰ ਅੰਤਮ ਵੇਲੇ ਤਿਆਗ ਦਿੱਤਾ ਸੀ। ਸੱਚਖੰਡ ਪਿਆਨਾ ਕਰ ਗਏ ਸਨ। ਉਹਨਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਤੇ ਜੋ ਬੜੀ ਸ਼ਰਧਾ ਭਾਵਨਾ ਨਾਲ ਅੰਮ੍ਰਿਤ ਵੇਲੇ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਗੁਰੂ ਦੀਆਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰਾਈ ਜਾਂਦੀ ਹੈ। ਇਸੇ ਪ੍ਰਕਾਰ ਹੀ ਜੋ 18ਵੀਂ ਸਦੀ ਦੇ ਮਹਾਨ ਗੁਰੂ ਕੇ ਸਿੱਖ, ਗੁਰੂ ਕਾ ਖਾਲਸਾ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋ ਸਮਾਉਣ ਤੋਂ ਬਾਅਦ ਉਹਨਾਂ ਸਿੱਖਾਂ ਦਾ ਇਤਿਹਾਸ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਬੜੇ ਸੋਹਣੇ ਢੰਗ ਦੇ ਨਾਲ ਲਿਖਿਆ ਹੈ। ਜਿਸ ਪੰਥ ਪ੍ਰਕਾਸ਼ ਦੇ ਵਿੱਚ ਉਸ ਮਹਾਨ ਸਿੱਖਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਦੇ ਸੰਬੰਧ ਵਿੱਚ ਆਪਾਂ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਭਜਨ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸੁਆਸਾਂ ਨਾਲ ਨਿਭਾਹੀ। ਤਿਨਾਂ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਮਹਾਂਪੁਰਸ਼ਾਂ ਦਾ ਇਹ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਜੀ, ਨਾਮੀ ਸਿੱਖ ਗੁਰੂ ਕੇ ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ ਜੀ ਤੇ ਆਦਿਕ ਬੇਅੰਤ ਸਿੱਖ ਜਿਹੜੇ ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਜਿਹੜੇ ਕਿ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹਨਾਂ ਮਹਾਂਪੁਰਖਾਂ ਦਾ ਇਤਿਹਾਸ ਰੋਜ਼ਾਨਾ ਹੀ ਸਤਿਕਾਰਯੋਗ ਗਿਆਨੀ ਜੀ ਆਪ ਜੀ ਨੂੰ ਸਰਵਣ ਸ਼ਾਮ ਦੇ ਸਮੇਂ ਕਰਵਾਉਂਦੇ ਹਨ। ਇਸ ਪ੍ਰਕਾਰ ਜੋ ਕੱਲ ਦੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਨੂੰ ਕਲਗੀਧਰ ਪਿਤਾ ਮਹਾਰਾਜ ਜੀ ਨੇ ਨਿਵਾਜ ਕੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਤੋਂ ਖਾਲਸਾ ਸਾਜ ਕੇ ਕੁਝ ਨਾਮੀ ਸਿੰਘ ਦੇ ਕੇ ਸੂਰਬੀਰ ਪੰਜਾਬ ਦੀ ਧਰਤੀ ਵੱਲ ਤੋਰਿਆ ਕਿ ਜੋ ਸਾਹਿਬਜ਼ਾਦਿਆਂ ਦੇ ਕਾਤਲ ਲੋਕ ਹਨ, ਜਿਨ੍ਹਾਂ ਨੇ ਸ਼ੀਰਖੋਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਹੋਰ ਗੁਰੂ ਘਰ ਦੇ ਨਾਲ ਵੈਰ ਬੰਨ੍ਹਦੇ ਰਹੇ ਪਹਾੜੀ ਰਾਜੇ, ਇਹਨਾਂ ਸਾਰਿਆਂ ਨੂੰ ਜਿਹੜੀ ਬਣਦੀ ਸਜ਼ਾ ਹੈ, ਇਹਨਾਂ ਦੇ ਜੋ ਕਰਮ ਇਹਨਾਂ ਨੇ ਬੀਜੇ ਹੈ, ਇਹੋ ਜਿਹਾ ਇਹਨਾਂ ਨੇ ਜੋ ਕੱਟਣਾ ਹੈ, ਉਸ ਨੂੰ ਭੁਗਤਾਉਣ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੰਘਾਂ ਸੂਰਮਿਆਂ ਦੇ ਸਮੇਤ ਜਿਵੇਂ ਇਲਾਕਿਆਂ ਨੂੰ ਫਤਿਹ ਕਰਦੇ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆ ਰਹੇ ਹੈ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੋ ਸਿਹਰ ਖੰਡਾ ਦਿੱਲੀ ਤੋਂ 30 ਕੋਹ ਦੀ ਵਿੱਥ ਦੇ ਸਥਾਨ ਹੈ, ਇੱਥੇ ਆ ਕੇ ਪੜਾਅ ਕੀਤਾ। ਫਿਰ ਖਾਲਸੇ ਨੂੰ ਜਿਵੇਂ ਚਿੱਠੀ ਪੱਤਰ ਭੇਜੇ ਹੈ ਵੀ ਖਾਲਸਾ ਜੀ ਆ ਕੇ ਇਕੱਠੇ ਹੋ, ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਜਿਹੜਾ ਬਣਦਾ ਹੈ ਬਦਲਾ, ਇਹਨਾਂ ਦੁਸ਼ਟ ਵੈਰੀਆਂ ਕੋਲ ਲੈ ਕੇ ਇਹਨਾਂ ਦਾ ਖਾਤਮਾ ਕਰਨਾ। ਇਹਨਾਂ ਦੀ ਜੜ ਤੇ ਸਤਿਗੁਰੂ ਜੀ ਨੇ ਉਸ ਦਿਨ ਹੀ ਪੁੱਟ ਦਿੱਤੀ ਸੀ ਜਿਸ ਦਿਨ ਰਾਏ ਕੱਲੇ ਦੇ ਕੋਲ ਭਾਈ ਮਾਹੀ ਜੀ ਪਾਸੋਂ ਮਹਾਰਾਜ ਨੇ ਸਾਰਾ ਹਾਲ ਸਰਹੰਦ ਦਾ ਸੁਣਿਆ ਸੀ, ਪਰ ਉਹ ਰਹਿੰਦੀ ਜਿਹੜੀ ਹੈ ਜੜ, ਉਸ ਨੂੰ ਬਿਲਕੁਲ ਹੀ ਖਤਮ ਕਰਨ ਵਾਸਤੇ ਅਸੀਂ ਆ ਗਏ ਹਾਂ। ਗੁਰੂ ਦਾ ਖਾਲਸਾ ਤਿਆਰ ਹੋਵੇ। ਫਿਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ, ਖਾਲਸੇ ਨੂੰ ਚਿੱਠੀ ਪੱਤਰ ਭੇਜੇ ਹੈ, ਉਹ ਪ੍ਰਸੰਗ ਆ ਰਿਹਾ ਹੈ। ਆਓ ਆਪਾਂ ਗੁਰੂ ਦੀਆਂ ਸੰਗਤਾਂ ਜੋ ਵੀ ਮਾਈ ਭਾਈ
ਜਿਨੀਆਂ ਰੂਹਾਂ ਗੁਰੂ ਦਰਬਾਰ 'ਚ ਹਨ, ਕੋਈ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਬੰਦਾ ਚੜ ਉਤਰਿਓ। ਇਲਾਕਿਆਂ ਨੂੰ ਫਤਿਹ ਕਰਦੇ ਕਰਦੇ ਬਾਬਾ ਬੰਦਾ ਸਿੰਘ ਜੀ ਬਹਾਦਰ, ਜੋ ਮਹਾਨ ਸੂਰਬੀਰ ਹਨ ਸਤਿਗੁਰੂ ਮਹਾਰਾਜ ਜੀ ਨੇ, ਇਸ ਤਰ੍ਹਾਂ ਫੌਜ ਵਿੱਚ ਆਪਣੇ ਜੋ ਸਿੰਘ ਦਿੱਤੇ ਇਹਨਾਂ ਦੇ ਨਾਲ ਇਕੱਤਰਤਾ ਕਰਕੇ ਚੜ੍ਹਾਈ ਕਰਦੇ ਹੋਏ ਉਤਰੇ ਹਨ। ਜੋ ਦਿੱਲੀ ਤੋਂ 30 ਕੋਹ ਦੀ ਵਿੱਥ ਤੇ ਵਾਟ ਤੇ ਪਰੇ ਇੱਧਰਲੇ ਪਾਸੇ ਇੱਧਰੋਂ ਜਾਂਦਿਆਂ ਹੁੰਦਾ ਹੈ, ਇਹ ਸ਼ੇਰ ਖੰਡੋ ਗੁਰਾਮ ਹੈ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਜੱਥੇ ਦੇ ਸਮੇਤ ਉਤਰੇ ਪੜਾ ਕੀਤਾ। ਤੇ ਪੰਜਾਬ ਦੀ ਧਰਤੀ ਨੂੰ ਜਿਹੜੇ ਸਿੱਖ ਗੁਰੂ ਕੇ ਵਸਦੇ ਸਿੰਘ ਸੂਰਮੇ, ਜਿਨ੍ਹਾਂ ਨੂੰ ਇੱਕ ਆਗੂ ਦੀ ਜ਼ਰੂਰਤ ਹੈ, ਜਿਹੜੇ ਸਿੰਘ ਉਡੀਕ ਰਹੇ ਵੀ ਕੋਈ ਆਗੂ ਅੱਗੇ ਲੱਗੇ ਤੇ ਅਸੀਂ ਆਪਣੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਕੀਤੇ ਹੋਏ ਵੈਰ ਦਾ ਬਦਲਾ ਲੈ ਸਕੀਏ ਦੁਸ਼ਟਾਂ ਚੋਰਾਂ ਤੋਂ, ਉਹ ਸਿੰਘਾਂ ਨੂੰ ਪੰਜਾਬ ਦੇ ਵਿੱਚ ਚਿੱਠੇ ਲਿਖੇ ਹੈ ਬਾਬਾ ਬੰਦਾ ਸਿੰਘ ਜੀ ਨੇ। ਨਾਮੀ ਸਿੰਘਾਂ ਦੇ ਨਾਮ ਲੈ ਲੈ ਕੇ ਇਹ ਫਲਾਣਾ ਸਿੰਘ, ਹੇ ਭਾਈ ਗੁਰੂ ਮਹਾਰਾਜ ਜੀ ਦਾ ਕਾਰਜ ਕਰਨਾ ਹੈ, ਤੁਸੀਂ ਤਿਆਰ ਹੋ। ਨਾਮੀ ਸਿੰਘਾਂ ਦੇ ਨਾਮ ਲੈ ਲੈ ਕੇ ਭਾਵੇਂ ਲਿਖ ਕੇ ਚਿੱਠੀਆਂ ਪੱਤਰਾਂ ਉੱਪਰ ਤੇ ਭੇਜੇ ਆ ਪੰਜਾਬ ਨੂੰ ਚਿੱਠੇ। ਤਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਲਿਖ ਕੇ ਫਰਮਾਇਆ, ਕਥਨ ਕੀਤਾ ਹੈ, ਹੇ ਭਾਈ ਗੁਰੂ ਕੇ ਸਿੰਘੋ, ਇਹ ਜਿਹੜਾ ਪੰਜਾਬ ਦਾ ਦੇਸ਼ ਹੈ ਨਾ, ਜਿਸ ਤੇ ਕਬਜ਼ਾ ਕੀਤਾ ਹੈ, ਇਹ ਜ਼ਾਲਮ ਲੋਕਾਂ ਨੇ, ਇਹ ਤੁਰਕੜੇ ਲੋਕਾਂ ਨੇ, ਇਹ ਪਹਾੜੀ ਲੋਕਾਂ ਨੇ, ਜਿਹੜੇ ਜਿਨ੍ਹਾਂ ਦੇ ਧਰਮ ਕੋਈ ਨਹੀਂ ਹੈ, ਇਹਨਾਂ ਕੋ ਦੇਸ਼ ਲੈਣ ਦੇ ਵਾਸਤੇ, ਇਹਨਾਂ ਕੋ ਇਲਾਕੇ ਖੋਹਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਮੈਨੂੰ ਥਾਪੜਾ ਦੇ ਕੇ ਨੰਦੇੜ ਦੀ ਧਰਤੀ ਤੋਂ ਭੇਜਿਆ ਹੈ। ਇਹ ਸਰਹੰਦ ਦੇ ਵਿੱਚ ਜਿਹੜਾ ਵਜ਼ੀਰ ਖਾਨ ਬੜਾ ਆਕੜਿਆ ਹੋਇਆ ਹੰਕਾਰੀ ਹੈ, ਇਹਦੀ ਜੜ ਪੁੱਟਣ ਦੇ ਵਾਸਤੇ ਮੈਂ ਆਇਆ ਹੋਇਆ। ਇਹ ਜਿਹੜਾ ਵਜ਼ੀਰ ਖਾਨ ਸ਼ੀਰਖੋਰ ਬੱਚਿਆਂ ਨੂੰ ਸ਼ਹੀਦ ਕਰਕੇ ਕਹਿੰਦਾ ਵੀ ਮੇਰੇ ਨਾਲ ਦਾ ਸੂਰਮਾ ਕੋਈ ਨਹੀਂ, ਮੈਂ ਗੁਰੂ ਸਾਹਿਬ ਨੂੰ ਕਤਲ ਕਰ ਦਿਆਂਗਾ, ਇਹ ਸਰਹੰਦੀਆਂ ਦੀ ਜਿਹੜੀ ਜੜ ਪੁੱਟਣ ਨੂੰ ਮੈਂ ਆਇਆ ਹੋਇਆ, ਭੇਜਿਆ ਹੈ ਮੈਨੂੰ। ਇਹ ਜਿਹੜੇ ਪਰਬਤੀ ਜਿਹੜੇ 9 ਲੱਖ ਦਾ ਦਸਤਾ ਲੈ ਕੇ ਫੌਜ ਦਾ ਸਤਿਗੁਰੂ ਮਹਾਰਾਜ ਨੂੰ ਘੇਰਾ ਪਾਉਂਦੇ ਸਨ ਤੇ ਰਣਜੀਤ ਨਗਾਰੇ ਵੱਜਦੇ ਸ੍ਰੀ ਕੇਸਗੜ੍ਹ ਸਾਹਿਬ, ਇਹਨਾਂ ਨੂੰ ਦੁੱਖ ਹੁੰਦਾ ਸੀ ਇੱਥੇ ਆਨੰਦਗੜ੍ਹ ਕਿਲ੍ਹੇ 'ਚ ਮਾਰੇ ਦਰਸ਼ਨ ਕਰਕੇ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ, ਤੇ ਮਹਾਰਾਜ ਨਾਲ ਅਜਾਈ ਵੈਰ ਕੀਤਾ। ਭੀਮ ਚੰਦ ਹੋਣੀ ਹਟੇ ਨਹੀਂ ਹੈ, ਮਹਾਰਾਜ ਜੀ ਨਾਲ ਵੈਰ ਕਰਦੇ ਰਹੇ। ਅਖੀਰੀ ਜਿੰਨੀ ਵਾਰੀ ਲੜੇ ਮਹਾਰਾਜ ਕੋ ਹਾਰ ਹੀ ਇਹਨਾਂ ਨੂੰ ਖਾਣੀ ਪਈ ਹੈ, ਜਿੱਤ ਨਹੀਂ ਸਕੇ ਹੈ। ਤੇ ਸ਼ਰਨ ਗੁਰੂ ਕੀ ਲੈ ਲੈਂਦੇ ਰਹੇ, ਫਿਰ ਵਿਗੜ ਜਾਂਦੇ ਰਹੇ, ਵਿਗੜ ਕੇ ਕੁਝ ਨਹੀਂ ਨਾ ਪ੍ਰਾਪਤ ਕੀਤਾ। ਇਹ ਪਰਬਤੀਆਂ ਨੂੰ ਵੀ ਜਿਹੜਾ ਹੈ ਕਹਿੰਦੇ ਅਸੀਂ ਮਾਰਨ ਵਾਸਤੇ ਆਏ ਹੋਏ ਹਾਂ। ਮੈਂ ਕਹਿੰਦੇ ਉਸੇ ਪੁਰਖ ਦਾ ਦਾਸ ਹਾਂ, ਮੈਂ ਉਸੇ ਪੁਰਖ ਦਾ ਭਾਵ ਜੋ ਅਕਾਲ ਪੁਰਖ ਦਾ ਰੂਪ ਹੈ ਨਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਮੈਂ ਸੇਵਕ ਹਾਂ ਭਾਈ ਸਿੰਘੋ। ਜਿਸ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦਾ ਪ੍ਰਕਾਸ਼ ਕੀਤਾ, ਪ੍ਰਗਟ ਕੀਤਾ ਹੈ, ਜਿਸ ਗੁਰੂ ਨੇ ਉਸ ਅਕਾਲ ਪੁਰਖ ਦੀ ਆਗਿਆ ਨਾਲ ਖਾਲਸਾ ਪ੍ਰਗਟ ਕੀਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮੇਸ਼ਰ ਦੀ ਮੌਜ ਨਾਲ ਜੋ ਪ੍ਰਗਟ ਕੀਤਾ ਨਾ ਸਤਿਗੁਰੂ ਜੀ ਨੇ ਖਾਲਸਾ। ਜਿਨ ਗੁਰ ਜੀ ਸੋ ਬੈਰ ਕਮਾਇਓ, ਜਿਨ੍ਹਾਂ ਇਹ ਪਹਾੜੀਆਂ ਨੇ, ਇਹ ਤੁਰਕੜਿਆਂ ਨੇ ਸਤਿਗੁਰੂ ਮਹਾਰਾਜ ਨਾਲ ਵੈਰ ਕਮਾਇਆ ਹੈ, ਧੜੇਬਾਜ਼ੀ ਕੀਤੀ ਹੈ, ਗੁਰੂ ਸਾਹਿਬ ਦੇ ਨਾਲ ਪੰਗੇ ਲੈਂਦੇ ਰਹੇ ਹਨ। ਖਾਲਸਾ ਜੀ ਚਿੱਠੀ ਵਿੱਚ ਲਿਖ ਰਹੇ ਬਾਬਾ ਬੰਦਾ ਸਿੰਘ ਬਹਾਦਰ ਜੀ, ਕਹਿੰਦੇ ਉਹਨਾਂ ਪਾਸੋਂ ਮੈਂ ਬਦਲਾ ਲੈਣ ਵਾਸਤੇ ਆਇਆ ਹਾਂ, ਉਹਨਾਂ ਕੋ ਜਿਹੜੀ ਕੀਤੀ ਦਾ ਫਲ ਨੂੰ ਭੁਗਤਾਉਣਾ ਹੈ। ਕਹਿੰਦੇ ਖਾਲਸਾ ਜੀ ਇਹ ਮੇਰਾ ਬਚਨ ਹੈ ਤੁਹਾਡੇ ਨਾਲ, ਉਹਨਾਂ ਨੂੰ ਮੈਂ ਮਾਰ ਕੇ ਖਤਮ ਕਰ ਦਿਆਂਗਾ, ਉਹਨਾਂ ਨੂੰ ਜਿੰਦੇ ਨਹੀਂ ਰਹਿਣ ਦਿਆਂਗਾ। ਸਤਿਗੁਰ ਕੋ ਬੰਦਾ ਸਦਾਊ, ਤਾਂ ਕਹਿੰਦੇ ਮੈਂ ਗੁਰੂ ਦਾ ਬੰਦਾ ਸਦਾਊਂਗਾ। ਮੈਨੂੰ ਗੁਰੂ ਸਾਹਿਬ ਨੇ ਬਚਨ ਕਿਹਾ ਸੀ ਵੀ ਜੇ ਬੰਦਾ ਹੈ ਨਾ, ਪੁੱਛਿਆ ਸੀ ਵੀ ਕੌਣ ਹੈ ਤੂੰ ਭਾਈ, ਤੇ ਮੈਂ ਕਿਹਾ ਮਹਾਰਾਜ ਆਪ ਜੀ ਦਾ ਬੰਦਾ। ਤੇ ਬੰਦੇ ਦਾ ਅਰਥ ਹੁੰਦਾ ਗੁਲਾਮ, ਮਹਾਰਾਜ ਦਾ ਸੇਵਕ ਤੁਹਾਡਾ। ਤੇ ਗੁਰੂ ਸਾਹਿਬ ਕਹਿੰਦੇ ਜੇ ਬੰਦਾ ਦੇ ਭਾਈ ਬੰਦਿਆਂ ਵਾਲੇ ਕੰਮ ਕਰ,
ਇਹ ਤੈਨੂੰ ਚਾਹੀਦਾ ਨਹੀਂ, ਸਾਧੂ ਹੈ ਤੂੰ, ਮਾਧੋ ਦਾਸ ਤੇਰਾ ਨਾਮ ਹੈ, ਤੇ ਸਾਧੂ ਇਹ ਮਹਾਤਮਾ ਦੇ ਗੁਰੂ ਪੀਰਾਂ ਦੀ ਤਖਤ ਨਹੀਂ ਪਲਟਾਉਂਦੇ, ਬੰਦਿਆਂ ਵਾਲੇ ਕੰਮ ਕਰ। ਕਹਿੰਦੇ ਇਸ ਪ੍ਰਕਾਰ ਮੈਂ ਗੁਰੂ ਕਾ ਭੇਜਿਆ ਆਇਆ ਹੋਇਆ ਹਾਂ, ਤੇ ਤਾਂ ਮੈਂ ਗੁਰੂ ਦਾ ਬੰਦਾ ਸਦਾਵਾਂਗਾ ਜਦੋਂ ਮੈਂ ਸਾਰਿਆਂ ਨੂੰ ਮਾਰ ਕੇ ਖਤਮ ਕਰ ਦਿਆਂਗਾ। ਖਾਲਸਾ ਲਿਖੀ ਅਰਦਾਸ, ਇਹੋ ਸਾਰੀ ਗੱਲਾਂ ਵਿਚਾਰ ਕੇ ਤੇ ਅਰਦਾਸ ਲਿਖੀ, ਬੇਨਤੀ ਲਿਖੀ ਖਾਲਸੇ ਨੂੰ। ਭੇਜੇ ਜੋ ਗੁਰ ਨਿਜ ਸਿੱਖ ਖਾਸ, ਮਹਾਰਾਜ ਜੀ ਦੇ ਆਗਿਆ ਨਾਲ ਗੁਰੂ ਸਾਹਿਬ ਸਭ ਜਾਣਦੇ ਕਿੱਥੇ ਕਿੱਥੇ ਸਿੱਖ ਵਸਦੇ ਆ। ਗੁਰੂ ਕੀ ਆਗਿਆ ਦੇ ਨਾਲ ਬਲਬਾ ਬੰਦਾ ਸਿੰਘ ਬਹਾਦਰ ਜਿਹਨੇ ਖਾਸ ਗੱਲ ਸਿੱਖ ਹੈ ਨਾ, ਨਾਮੀ ਸਿੱਖ ਇਲਾਕਿਆਂ ਵਿੱਚ ਜਿਨ੍ਹਾਂ ਦੇ ਨਾਮ ਹੈ, ਉਹਨਾਂ ਨੂੰ ਚਿੱਠੀ ਪੱਤਰ ਭੇਜੇ ਹੈ। ਜੋ ਸਤਿਗੁਰ ਸੋ ਸਿੱਖ ਹੋ ਸਾਬਤ, ਵਿੱਚ ਲਿਖਿਆ ਭਾਈ ਜੇ ਕੋਈ ਸਤਿਗੁਰ ਦਾ ਸਾਬਤ ਸਿੱਖ ਹੈ ਨਾ, ਭਾਵ ਜਿਹੜਾ ਪੂਰਾ ਸਿੱਖ ਹੈ, ਇੱਕ ਦੇ ਨਾਮ ਦਾ ਸਿੱਖ ਹੁੰਦਾ, ਜਿਹੜੇ ਪੂਰੇ ਮੰਨਦੇ ਵੀ ਮੈਂ ਗੁਰੂ ਦਾ ਸਿੱਖ ਹਾਂ। ਸਾਹਿਬਜ਼ਾਦੇ ਵੈਰ ਬਾਬਤ, ਤੇ ਸਾਹਿਬਜ਼ਾਦਿਆਂ ਦੇ ਵੈਰ ਦੀ ਬਾਬਤ, ਵੀ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਚਾਹੁੰਦੇ, ਜਿਨ੍ਹਾਂ ਦੇ ਮਨ 'ਚ ਰੜਕ ਹੈ, ਜਿਨ੍ਹਾਂ ਨੇ ਕਾਰੇ, ਜਿਨ੍ਹਾਂ ਨੇ ਜ਼ੁਲਮ ਹੁੰਦੇ ਵੇਖੇ ਸਰਹੰਦ ਦੀ ਧਰਤੀ ਦੇ ਮਨ ਵਿੱਚ ਸੋਚਦੇ ਸਾਨੂੰ ਆਗੂ ਚਾਹੀਦਾ ਹੈ, ਜਿਨ੍ਹਾਂ ਦੇ ਅੰਦਰ ਇਹ ਵੈਰ ਲੈਣ ਦੀ ਚਾਹਨਾ ਹੈ ਵੀ ਵੈਰ ਆਪਣਾ ਲੈਣਾ ਹੈ। ਇਹਨਾਂ ਜਿਹੜਾ ਦੁਸ਼ਟਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ, ਇਹ ਜਿਹੜੇ ਪੂਰੇ ਸਿੱਖ ਹਨ, ਉਹ ਭਾਈ ਮੇਰਾ ਭਾਈ ਬੰਦੇ ਦਾ ਸਾਥ ਦਿਓ ਆ ਕੇ, ਗੁਰ ਕੋ ਸਿੱਖ ਸੋ ਸਿੱਖਨ ਭਰਾਤ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਹੁੰਦੇ ਆ, ਗੁਰੂ ਕੇ ਸਿੱਖਾਂ ਦੇ ਭਰਾ ਹੁੰਦੇ ਆ, ਉਹ ਗੁਰ ਭਾਈ ਹੁੰਦੇ ਜਿਹੜੇ ਗੁਰੂ ਕੇ ਸਿੱਖ ਹੁੰਦੇ ਆ। ਮੈਂ ਵੀ ਗੁਰੂ ਦਾ ਸਿੱਖ ਹਾਂ, ਆਪ ਜੀ ਗੁਰੂ ਕੇ ਸਿੱਖ ਹੀ ਹੋ। ਜੋ ਖਾਲਸੇ ਮੈਂ ਆਏ ਰਲੇ, ਨਾਲ ਕਹਿੰਦੇ ਚਿੱਠੀ ਵਿੱਚ ਲਿਖ ਰਹੇ ਆ, ਵੇਖ ਲਓ ਖਾਲਸਾ ਜੀ, ਜਿਹੜਾ ਸਾਡੇ ਗੁਰੂ ਮਹਾਰਾਜ ਦੀ ਆਗਿਆ ਨਾਲ ਸਾਡੇ ਖਾਲਸੇ ਜਾ ਕੇ ਰਲੇਗਾ, ਅੱਗੇ ਇੱਥੇ ਇਕੱਤਰਤਾ ਕਰੇਗਾ, ਮਿਲੇਗਾ, ਉਹ ਵੇਖੋ ਕਿਤੇ ਅਧੂਰਾ ਨਹੀਂ ਰਹਿ ਜਾਊਗਾ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਊਗਾ, ਸਤਿਗੁਰ ਕੀ ਐਸੀ ਮਿਹਰ ਹੋ ਜਾਏਗੀ। ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਦੀ ਮਿਹਰ ਹੋ ਜੇ ਨਾ ਸਾਧ ਸੰਗਤ ਜੀ, ਲੱਖਾਂ ਖੁਸ਼ੀਆਂ, ਲੱਖਾਂ ਪਾਤਸ਼ਾਹੀਆਂ ਵਰਗੀ ਮਹਾਰਾਜ ਇੱਕੋ ਹੀ ਖੁਸ਼ੀ ਬਖਸ਼ ਦਿੰਦੇ, ਜਿਹਦੇ ਵਿੱਚ ਲੱਖਾਂ ਹੀ ਪਾਤਸ਼ਾਹੀਆਂ ਆ ਜਾਂਦੀਆਂ। ਉਹ ਪਾਤਸ਼ਾਹੀਓਂ ਵੱਡਾ ਹੋਏਗਾ, ਭਾਵ ਪਾਤਸ਼ਾਹ ਦਾ ਪਾਤਸ਼ਾਹ ਹੋਏਗਾ। ਜੋ ਖਾਲਸੇ ਸੋ ਨਹਿ ਮਿਲੈ, ਤੇ ਜਿਹੜਾ ਯਾਦ ਰਹੇ ਗੁਰੂ ਦਾ ਸਿੱਖ ਅਖਵਾ ਕੇ ਵੀ ਖਾਲਸੇ ਨਾਲ ਨਹੀਂ ਨਾ ਮਿਲੇਗਾ, 12 ਰਹੇਗਾ ਦੁਨਿਆਵੀ ਜ਼ਿੰਦਗੀ ਨੂੰ ਜਿਉਣ ਵਾਸਤੇ, ਪਛਤਾਵਤ ਹੋਏ, ਉਹ ਪਛਤਾਉਂਦਾ ਰਹੂਗਾ ਵੀ ਵੇਖੋ ਸਮਾਂ ਮਿਲਿਆ ਸੀ, ਸਾਨੂੰ ਚਿੱਠੇ ਪੱਤਰ ਵੀ ਆਏ, ਸਾਨੂੰ ਸੁਨੇਹੇ ਵੀ ਭੇਜੇ ਗਏ, ਪਰ ਬਚਨ ਨਾ ਮੰਨਿਆ। ਇਸ ਪ੍ਰਕਾਰ ਉਹ ਪਛਤਾਉਂਦੇ ਰਹਿਣਗੇ, ਗੁਰੂ ਕੇ ਮਹਾਰਾਜ ਜੀ ਦੀ ਸੇਵਾ ਨਹੀਂ ਕਰ ਸਕੇ ਹਾਂ ਰਹਿੰਦਿਆਂ ਹੋਇਆਂ ਸਰੀਰਾਂ ਵਿੱਚ। ਦੋਹਰਾ ਕਾਬਲ ਉਹ ਕੰਧਾਰ ਲਓ, ਕਾਬਲ ਤੋਂ ਲੈ ਕੇ ਕੰਧਾਰ ਤੱਕ, ਭਖਰ ਦਾਏ, ਇਸੇ ਪ੍ਰਕਾਰ ਜੋ ਭਖਰ ਸਖਰ ਹੈ ਇਥੋਂ ਤੱਕ ਭਾਵ ਦੂਰ ਤੱਕ, ਦੱਖਣ ਉੱਤਰ ਸੋ, ਇਸੇ ਪ੍ਰਕਾਰ ਪੂਰਬ ਚੜ੍ਹਦੇ ਪਾਸੇ, ਦੱਖਣ ਦੀ ਧਰਤੀ ਤੇ ਉੱਤਰ ਵਾਲੇ ਪਾਸੇ, ਸਾਰੇ ਪਾਸੇ ਚਿੱਠੇ ਪਹੁੰਚਾ ਦਿੱਤੇ ਐ, ਭਾਵ ਸਾਰੇ ਪਾਸੇ ਸੁਨੇਹੇ ਚੌਵੇਂ ਦਿਸ਼ਾਵਾਂ ਜੀ ਭੇਜ ਦਿੱਤੇ, ਜਿੱਥੇ ਜਿੱਥੇ ਸਿੱਖਾਂ ਦਾ ਪਤਾ ਲੱਗ ਰਿਹਾ ਹੈ। ਜੋ ਸਿੱਖ ਹੈ ਗੁਰ ਕੋ ਪੂਰੋ, ਵਿੱਚ ਲਿਖਿਆ ਹੋਇਆ ਜੋ ਵੀ ਸਿੱਖ ਹੈ ਨਾ ਗੁਰੂ ਦਾ ਪੂਰਾ ਮੰਨਦਾ, ਮੈਂ ਗੁਰੂ ਨੂੰ ਮੰਨਦਾ ਹਾਂ, ਮੈਂ ਗੁਰੂ ਤੇ ਆਪਣਾ ਆਪ ਕੁਰਬਾਨ ਕਰ ਸਕਦਾ ਹਾਂ। ਸਜਾਦਾ ਬੈਰ ਲੈਣ ਆਇਓ ਜ਼ਰੂਰ, ਉਹ ਸਹਿਜਾਦਿਆਂ ਦਾ ਸਾਹਿਬਜ਼ਾਦਿਆਂ ਦਾ ਬੈਰ ਲੈਣ ਵਾਸਤੇ ਜ਼ਰੂਰ ਆਵੇ। ਜੋ ਜੀਵ ਗੁਸੋ ਭਾਵ ਗੁਰਾਜ, ਕਹਿੰਦੇ ਆ ਜੋ ਵੀ ਵੇਖੋ ਜਿੰਦਾ ਰਹੇਗਾ ਨਾ, ਉਹ ਜ਼ਰੂਰ ਰਾਜ ਭਾਗ ਪਾਵੇਗਾ। ਜੋ ਜੰਗ ਕਰਦਿਆਂ ਜਿਉਂਦਾ ਰਹੇਗਾ, ਜ਼ਰੂਰ ਰਾਜ ਭਾਗ ਪਾਏਗਾ। ਤੇ ਜੇ ਕੋਈ ਜੰਗ ਕਰਦਾ ਸ਼ਹੀਦੀ ਵੀ ਪਾ ਗਿਆ, ਉਹਦਾ ਕਿਤੇ ਕੰਮ ਅਧੂਰਾ ਨਹੀਂ ਰਹਿ ਜਾਏਗਾ, ਉਹ ਅਗਲੇ ਪਾਸੇ ਰਾਜ ਭਾਗ ਪਾਵੇਗਾ। ਭਾਵ ਲੋਕ ਪਰਲੋਕ ਦੀ ਜੈ ਜੈਕਾਰ ਹੋਵੇਗੀ। ਜੋ ਗੁਰੂ ਵਾਸਤੇ ਮਰਦੇ, ਕਿਤੇ ਗੁਰੂ ਉਹਨਾਂ ਦੇ ਅਧੂਰੇ ਨਹੀਂ ਰਹਿਣ ਦਿੰਦੇ। ਸੱਚੇ ਪਾਤਸ਼ਾਹ ਉਹਨਾਂ ਦੇ ਸਾਰੇ ਕਾਰਜ ਕਰਦੇ, ਇੱਥੇ ਉੱਥੇ ਪਰਮੇਸ਼ਰ ਹੀ ਰਖਵਾਲਾ ਹੈ। ਅਸੀਂ ਭੇਜੀ ਲਿਖ ਅਰਦਾਸ, ਇਸ ਤਰ੍ਹਾਂ ਦੀ ਜਿਹੜੀ ਅਰਦਾਸ ਬੇਨਤੀ ਹੈ, ਭਾਵ ਖਾਲਸੇ ਨੂੰ ਬੇਨਤੀ ਕੀਤੀ ਜਾ ਸਕਦੀ ਹੈ, ਹੁਕਮ ਤੇ ਗੁਰੂ ਦਾ ਹੀ ਹੈ। ਬਾਕੀ ਦੇ ਸਾਰੇ ਆਪਾਂ ਬੇਨਤੀ ਕਰ ਸਕਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਨਤੀ ਲਿਖ ਭੇਜੀ ਹੈ ਖਾਲਸੇ ਨੂੰ, ਭੇਜੀ ਖਾਲਸਾ ਪਾਸ, ਖਾਲਸੇ ਨੇ ਖਾਲਸੇ ਪਾਸ, ਭਾਵ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਖਾਲਸਾ ਹੈ। ਅਗਲੇ ਪਾਸੇ ਪੰਜਾਬ ਵਿੱਚ ਰਹਿਣ ਵਾਲੇ ਵੀ ਸਿੰਘ ਖਾਲਸਾ ਹੀ ਹੈ।
ਖਾਲਸੇ ਨੇ ਖਾਲਸੇ ਪਾਸ ਚਿੱਠੀ ਲੈ ਕੇ ਭੇਜੀ ਹੈ। ਖਾਲਸੇ ਸਿਰ ਧਰ ਭਰੀ। ਜਦੋਂ ਜਿਹਨੂੰ ਚਿੱਠੀ ਮਿਲੀ ਉਹਨੇ ਕੋਈ ਮੱਥੇ ਵੱਟ ਨਹੀਂ ਪਾਇਆ ਵੀ ਅਸੀਂ ਕੀ ਕਰੀਏ, ਸਾਡੇ ਤੇ ਗੁਰੂ ਮਹਾਰਾਜ ਹੁਣ ਇੱਥੇ ਨਹੀਂ, ਆਪਾਂ ਕੀ ਕਰ ਸਕਦੇ ਆ। ਉਹਨਾਂ ਨੇ ਉਹ ਚਿੱਠੀ ਲੈ ਕੇ ਸਿਰ ਉੱਪਰ ਰੱਖੀ ਹੈ। ਭਾਵ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਆਗਿਆ ਖਿੜੇ ਮੱਥੇ ਮੰਨੀ ਹੈ। ਦੁਰਤ ਚੱਲਣ ਕੀ ਤਿਆਰੀ ਕਰੀ। ਬੜੀ ਚੱਲਣ ਦੀ ਛੇਤੀ ਨਾਲ ਤਿਆਰੀ ਕੀਤੀ ਹੈ। ਭਾਈ ਗੁਰੂ ਕੇ ਖਾਲਸੇ ਨਾਲ ਮਿਲੀਏ ਤੇ ਵੈਰੀਆਂ ਪਾਸੋਂ ਬਦਲਾ ਲਈਏ। ਜਿਸਾ ਸਿੱਖ ਕਹੈ ਖਰਚ ਨਾ ਹੋਏ। ਸਿੱਖ ਸਾਰੇ ਤਿਆਰ ਹੋ ਗਏ ਆ, ਕਿਸੇ ਨੇ ਨਹੀਂ ਵੇਖਿਆ ਵੀ ਕੋਈ ਖਰਚਾ ਹੈਗਾ ਕਿ ਨਹੀਂ ਹੈਗਾ। ਇਹ ਲਿਖਦੇ ਆ, ਕਹਿੰਦੇ ਜਿਸ ਪਾਸ ਖਰਚਾ ਨਹੀਂ ਸੀ ਨਾ ਹੈਗਾ ਸਿੱਖ ਕੋਲ, ਬਿਨਾ ਖਰਚ ਬਨ ਖਾਵਾ ਸੋਏ। ਤੇ ਉਹ ਬਿਨਾ ਖਰਚ ਤੋਂ ਦੂਜੇ ਜਿਹਨਾਂ ਕੋਲ ਮਾਇਆ ਧੇਲਾ ਪੈਸਾ ਹੈ ਉਹਨਾਂ ਨਾਲ ਵੰਡ ਕਰਕੇ ਖਾਂਦੇ ਆ। ਗੁਰੂ ਮਹਾਰਾਜ ਸਿਧਾਂਤ ਦੇ ਪੂਰੇ ਹੈ। ਘਾਲ ਖਾਏ ਕਿਸੇ ਹੱਥੋਂ ਦੇ, ਵੀ ਆਪ ਵੀ ਸਿੱਖ ਜਿਹਨਾਂ ਕੋਲ ਮਾਇਆ ਦੂਜਿਆਂ ਦਾ ਸਾਥ ਦਿੰਦੇ ਆ, ਉਹਦੀ ਸਗੋਂ ਨਿਲਾਮੀ ਨਹੀਂ ਕਰਦੇ, ਉਹਨੂੰ ਬੇਇੱਜ਼ਤ ਨਹੀਂ ਕਰਦੇ ਕਿ ਤੂੰ ਵੀ ਕੁਝ ਕਰ, ਹਾਂ ਤੂੰ ਵੀ ਮੰਗਦਾ ਫਿਰਦਾ। ਇਵੇਂ ਖਾਲਸੇ ਨਾਲ ਖਾਲਸਾ ਮਿਲ ਕੇ ਰਹਿੰਦਾ ਹੈ, ਵੰਡ ਕੇ ਖਾਂਦੇ ਐ। ਸਿੱਖ ਸਿੱਖਣ ਕੋ ਦੇਵੈ ਨਾਹੀ। ਪਰ ਜਿਹੜੇ ਆ ਸਿੱਖ ਲੋਕ ਐ, ਭਾਵ ਸਿੱਖ ਹੀ ਨਹੀਂ ਹੈਗੇ। ਉਸ ਸਮੇਂ ਵੀ ਬਹੁਤ ਦੁਨੀਆ ਤਰ੍ਹਾਂ ਦੀ ਰਹਿੰਦੀ ਸੀ। ਜਿਹੜੇ ਸਿੱਖ ਨਹੀਂ ਸੀ ਹੈਗੇ, ਉਹਦੇ ਸਿੱਖਾਂ ਨੂੰ ਦਿੰਦੇ ਨਹੀਂ ਸੀ ਕੁਝ। ਜਹਾਂ ਸਿੱਖ ਸਭ ਊਹਾ ਬਰਾਹੀ। ਜਿਹੜਾ ਕੋਈ ਦੇਣ ਲੱਗਦਾ ਉਹਨੂੰ ਕਹਿੰਦੇ ਕਿਉਂ ਦੇਣ ਲੱਗਾ ਤੂੰ, ਇਹ ਤੇ ਸਿੱਖ ਜਿਹੜੇ ਜੰਗ ਕਰ ਚੱਲੇ ਉੱਥੇ ਮਰ ਮੁਰ ਜਾਣਗੇ, ਇਹ ਤੇ ਖਤਮ ਹੋ ਜਾਣੇ, ਉੱਥੇ ਵਾਪਸ ਕਿਸੇ ਨੇ ਆਉਣਾ ਨਹੀਂ। ਜੇ ਵਾਪਸ ਆਊ ਫੇਰ ਹੀ ਤੁਹਾਨੂੰ ਦਊਗਾ ਨਾ। ਇਸ ਕਰਕੇ ਕੁਝ ਨਾ ਦੋ ਇਹਨਾਂ ਨੂੰ, ਕੋਈ ਸਿੱਖਾਂ ਨੂੰ ਦਿੰਦਾ ਨਹੀਂ ਹੈ। ਇਸ ਤਰ੍ਹਾਂ ਜਿਹੜੇ ਅਸਿੱਖ ਲੋਕ ਹਨ, ਦੋਹਰਾ ਹੱਥੀ ਪੈਰੀ ਪੈ ਜਾਵੇ। ਪਰ ਗੁਰੂ ਕੇ ਸਿੱਖਾਂ ਨੂੰ ਬੜੇ ਹੁਣ ਮਹਾਰਾਜ ਦੀ ਸੇਵਾ ਕਰਨ ਦਾ ਜਿਹੜਾ ਚਾਹ ਹੈ, ਪੈਰੀ ਪੈ ਕੇ ਜਿਨ੍ਹਾਂ ਕੋ ਮਾਇਆ ਧਨਾਨਾ ਕੋ ਲੈਂਦੇ ਆ, ਭਾਈ ਦੇ ਦਿਓ ਮਾਇਆ। ਦੋਨੋਂ ਚਾਉਨ ਕਰਾਰ। ਇਹ ਸਾਡਾ ਕਰਾਰ ਹੈ, ਵਚਨ ਹੈ ਸਾਡਾ ਸਿੱਖਾਂ ਦਾ। ਜੇ ਗੁਰੂ ਦੀ ਕਿਰਪਾ ਨਾਲ ਜੰਗ ਕਰਦੇ ਜਿੱਤ ਗਏ, ਵਾਪਸ ਆ ਕੇ ਦੂਣਾ ਚੌਣਾ ਤੁਹਾਨੂੰ ਭਾਈ ਦਵਾਂਗੇ। ਜੇ ਕੋਈ 500 ਖੜਿਆ ਉਹਨੂੰ ਅਸੀਂ 2000 ਦਵਾਂਗੇ। ਦੂਣਾ ਚੌਣਾ ਕਰਾਰ ਕਰਕੇ ਤੇ ਪੈਰੀ ਪੈ ਕੇ ਮਾਇਆ ਲੈ ਕੇ ਜਾਂਦੇ ਸਨ। ਜੀਵਤ ਆਵੇ ਆਏ ਦੇਵੈ। ਜੇ ਜਿੰਦਿਆਂ ਆ ਗਏ ਨਾ ਤੇ ਅਸੀਂ ਜ਼ਰੂਰ ਆ ਕੇ ਦੇਵਾਂਗੇ। ਫਿਰ ਅਸੀਂ ਪੈਸਾ ਤੁਹਾਡਾ ਰੱਖਦੇ ਨਹੀਂ ਆ, ਕਰਾਰ ਕਰਦੇ ਹਨ। ਹੋਏ ਅਗਲੇ ਸੰਸਾਰ। ਵੇਖੋ ਇਹ ਰੱਬ ਦੇ ਹੱਥ ਹੀ ਆ, ਜੇ ਜੰਗ ਕਰਦੇ ਮਰ ਵੀ ਗਏ ਨਾ, ਅਗਲੇ ਸੰਸਾਰ ਵਿੱਚ ਜ਼ਰੂਰ ਦੇਵਾਂਗੇ। ਪਾਵਲ ਵੇਖੋ ਜਿਹੜਾ ਕਿਸੇ ਕੋਲ ਲਿਆ ਤੇ ਦੇਣਾ ਹੀ ਪੈਂਦਾ ਹੈ, ਕਿਸੇ ਦਾ ਮਾਰਿਆ ਤੇ ਜਾ ਨਹੀਂ ਸਕਦਾ। ਇਹ ਪਰਮੇਸ਼ਰ ਨੇ ਲੈਣਾ। ਆਪਾਂ ਕਹਿ ਹੀ ਦਿੰਦੇ ਆ ਕਿਸੇ ਵੇਲੇ, ਜਦੋਂ ਕਿਸੇ ਨੂੰ ਦੇਣਾ ਪੈਂਦਾ ਕਹਿੰਦੇ ਹੋ ਸਕਦਾ ਕਿਸੇ ਕੋਈ ਲੈਣਾ ਦੇਣਾ ਹੋ ਪਿਛਲਾ ਅਗਲਾ, ਆਪਾਂ ਕਹਿ ਹੀ ਦਿੰਦੇ ਉਹ ਸੱਚਮੁੱਚ ਗੱਲ ਹੁੰਦੀ ਹੈ। ਇਸੇ ਤਰ੍ਹਾਂ ਲੈਣੇ ਦੇਣੇ ਕਰਕੇ ਸਾਰੇ ਸੰਬੰਧ ਹੈ। ਖਾਲਸਾ ਕਹਿੰਦਾ ਅਗਲੇ ਸੰਸਾਰ ਵਿੱਚ ਪਾਪ ਲੋਕ ਵਿੱਚ ਤੁਹਾਡੇ ਦੇਣਦਾਰ ਹੋਵਾਂਗੇ। ਕਈ ਸਿੱਖ ਦੇਵੈ ਗੁਰ ਸਵਾਰਥ। ਕਈ ਤੇ ਸਿੱਖ ਬੜੇ ਕਮਾਈ ਵਾਲੇ ਆ, ਗੁਰੂ ਦੇ ਅਰਥ ਹੀ ਦੇ ਦਿੰਦੇ ਵੀ ਭਾਈ ਗੁਰੂ ਕੇ ਸਿੱਖਾਂ ਦੀ ਸੇਵਾ ਹੈ, ਦੇਣਾ ਬਣਦਾ ਹੀ ਹੈ। ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸੇਵਾ ਹੈ, ਜੰਗ ਕਰਨੀ ਹੈ, ਸਿੰਘਾਂ ਨੇ ਬਦਲੇ ਲੈਣੇ ਹੈ, ਇਸੇ ਕਰਕੇ ਦੇ ਦਿੰਦੇ ਹਨ। ਮਨ ਧਨ ਦੇਹ ਗੁਰ ਹੈ ਪ੍ਰਮਾਰਥ। ਗੁਰੂ ਵਾਸਤੇ ਤਨ ਵੀ ਮਨ ਵੀ ਧਨ ਵੀ ਦੇਣ ਨੂੰ ਤਿਆਰ ਹੈ ਤੇ ਦਿੰਦੇ ਹਨ। ਮਝੈਲ ਰਸਤੋ ਜੋ ਸਿੱਧੋ ਟਿਕਾਵੇ। ਇਧਰੋਂ ਮਾਝੇ ਦੇ ਜਿਹੜੇ ਆ ਨਾ ਸਿੰਘ, ਉਹ ਜਦੋਂ ਰਸਤਾ ਸਿੱਧਾ ਤੱਕਦੇ ਆ ਵੀ ਸਿੱਧਾ ਮਾਝੇ ਤੋਂ ਲੈ ਕੇ ਤੇ ਸਿੱਧਾ ਦਿੱਲੀ ਨੂੰ ਹੋ ਜਾਈਏ, ਜਲੰਧਰ ਦੇ ਥਾਣੀ, ਤੇ ਪਰ ਜੋ ਤੁਰਨ ਦੀ ਕੋਸ਼ਿਸ਼ ਕਰਦੇ, ਤੁਰਕਾਂ ਦੀ ਫੌਜ ਬਹੁਤ ਹੈ, ਕਿਉਂਕਿ ਸਾਰੇ ਜਿੰਨੇ ਸੂਬੇ ਆ ਸਾਰੇ ਤੁਰਕਾਂ ਪਾਸ ਹੀ ਹੈ। ਜਲੰਧਰ ਦਾ ਸੂਬੇਦਾਰ, ਸਰਹੰਦ ਦੇ ਇਹ ਸਾਰੇ ਸੂਬੇਦਾਰ, ਦੁਆਬੇ ਦੇ ਇਲਾਕੇ ਦੇ ਵਿੱਚ ਸਾਰੇ ਸੂਬੇਦਾਰ ਮੁਸਲਮਾਨ ਹੀ ਸਨ। ਜਿਸ ਕਰਕੇ ਤੁਰਕ ਫੌਜ ਉਹਨਾਂ ਦੇ ਬਹੁਤ ਰਾਹ ਰੋਕਦੀ, ਲੰਘਣ ਨਹੀਂ ਦਿੰਦੀ ਹੈ। ਸਿੰਘਾਂ ਨੂੰ ਬੜਾ ਖਤਰਾ ਰਹਿੰਦਾ ਸੀ ਉਦੋਂ। ਇਸ ਤਰ੍ਹਾਂ ਜਿਹੜੇ ਪਹਿਲਾਂ ਸਿੰਘ ਕੀ ਕੀਤਾ, ਉਹਨਾਂ ਨੇ ਵੀ ਤਿਆਰੀ ਕੀਤੀ ਹੈ, ਨਾਲ ਵਣਜਾਰਿਆਂ ਨੂੰ ਰਲਾ ਲਿਆ ਹੈ। ਤੇ ਵਣਜਾਰਿਆਂ ਨੇ ਗੱਡਿਆਂ ਉੱਤੇ ਬਥੇਰਾ ਮਾਲ ਪੱਤਾ ਲੱਦ ਲਿਆ ਵੀ ਅਸੀਂ ਦਿੱਲੀ ਨੂੰ ਚੱਲੇ ਆ ਕੋਈ ਕਾਰਜ ਵਾਸਤੇ। ਤੇ ਜਿਹੜੇ ਸਿੰਘ ਗੁਰੂ ਕੇ ਉਹਨਾਂ ਨੇ ਹੱਥ 'ਚ ਬਰਸ਼ੇ ਫੜ ਲਏ ਆ ਤੇ ਚੰਗੇ ਬੈਲ ਫੜੇ ਹੋਏ ਆ। ਤੇ ਜੇ ਉਹ ਪਾਰ ਲੰਘੇ ਆ, ਜੇ ਕੋਈ ਪੁੱਛਦਾ ਵੀ ਇਹ ਕੌਣ ਹੈ ਬਰਸ਼ਿਆਂ ਵਾਲੇ, ਉਹ ਕਹਿੰਦੇ ਜੀ ਇਹ ਆਪਣੇ ਨੌਕਰ ਹੈ, ਇਹ ਨੌਕਰ ਹਨ ਜਾ ਰਹੇ ਸਾਡੇ ਨਾਲ। ਇਸ ਤਰ੍ਹਾਂ ਉੱਥੋਂ ਹੀ ਬਾਂਗਰ ਦੇਸ਼, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਵਾਸ ਕੀਤਾ ਸੀ, ਮਾਲਵਾ ਦੇਸ਼ ਉੱਥੋਂ ਨੇੜੇ ਸੀ ਕਹਿੰਦੇ। ਉਹ ਫਿਰ ਛੇਤੀ ਚੱਲੇ ਕਿਉਂਕਿ ਉਹਨਾਂ ਨੂੰ ਰੁਕਾਵਟ ਘੱਟ ਸੀ। ਉਹ ਚੱਲ ਕੇ ਬਾਬਾ ਬੰਦਾ ਜੀ ਪਾਸ ਮਿਲੇ ਹਨ। ਹੋਰ ਜਿਹੜੇ ਮਾਝੇ ਦੇਸ਼ ਦੇ ਪੰਜਾਬੀ, ਪਿਓਰ ਪੰਜਾਬੀ,
ਮਤਲਬ ਜਿਹਨਾਂ ਦੀ ਠੇਠ ਪੰਜਾਬੀ ਆ, ਆਮ ਹੀ ਬੋਲੀ ਜਿਵੇਂ ਸਿੱਧੀ ਬੋਲੀ ਜਾਂਦੇ ਹਨ, ਇਹ ਪੰਜਾਬੀ ਤਾਂ ਹੀ ਲਿਖਿਆ ਭੰਗੂ ਜੀ ਨੇ ਵੀ, ਭਾਈ ਰਤਨ ਸਿੰਘ ਭੰਗੂ ਨੇ, ਕਿਉਂਕਿ ਉਹ ਮਾਝੇ ਦੇ ਸਨ, ਮੀਰਾਂਕੋਟ ਦੇ ਸਨ ਭਾਈ ਰਤਨ ਸਿੰਘ ਭੰਗੂ ਜੀ, ਰਾਜਾ ਸਾਂਸੀ ਦੇ ਕੋਲ ਅੰਮ੍ਰਿਤਸਰ ਦੇ ਨੇੜੇ। ਤਾਂ ਕਹਿੰਦੇ ਜਿਹੜੇ ਪੰਜਾਬੀ ਸਨ ਮਾਝੇ ਦੇ ਵਿੱਚ, ਤੁਰਕਣ ਲੰਘਣ ਮਦ ਬਹੁ ਖਰਾਬੀ, ਤੁਰਕਾਂ ਦੇ ਕੋਲੋਂ ਲੰਘਣ ਦੀ ਉਹਨਾਂ ਨੂੰ ਬਹੁਤ ਖਰਾਬੀ ਸੀ। ਬੰਦ ਜਥਾ ਵੱਲ ਪ੍ਰਬੁੱਧ ਸਿਧਾਏ, ਐਵੇਂ ਜਥਾ ਬੰਨ ਕੇ ਤੇ ਪਰਬਤਾਂ ਵੱਲ ਸਿਧਾਏ ਆ, ਚੱਲ ਪਏ ਆ। ਆਨੰਦਪੁਰ ਸਾਹਿਬ ਇੱਧਰ ਹੁਸ਼ਿਆਰਪੁਰ ਹੋ ਕੇ ਨਾ ਤੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵੱਲ ਹੋਏ ਆ। ਪ੍ਰਬੁੱਧ ਟਿਕਾਏ, ਬੇਲੇ ਜੰਗਲ ਬੇਲੇ ਟੱਪਦੇ, ਹੁਣ ਵੀ ਆਪਾਂ ਜਾਂਦੇ ਆ ਗੜ੍ਹ ਸ਼ੰਕਰ ਦੇ ਕੋਲੋਂ ਆ ਹੀ ਜਾਂਦੇ ਜੰਗਲ, ਤੇ ਪਹਾੜ ਛੋਟੇ ਛੋਟੇ ਆ ਜਾਂਦੇ ਵੇ, ਬੇਲਿਆਂ ਨੂੰ ਤੱਕਦੇ ਹੋਏ, ਉਹਨਾਂ ਜੰਗਲਾਂ ਦਾ ਸਹਾਰਾ ਲੈਂਦੇ ਹੋਏ, ਲੰਘਦੇ ਲੰਘਦੇ ਪਰਬਤ ਕੀਰਤਪੁਰ ਸਾਹਿਬ ਵੱਲ ਵੜਦੇ ਹੋਏ, ਕੀਰਤਪੁਰ ਵੱਲ ਆਏ। ਐਵੇਂ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਵੱਲ ਆਏ ਹੈ। ਲੰਘਣ ਨਾ ਪਾਏ, ਅੱਗੋਂ ਰੋਪੜ ਦੀ ਲੰਘਣ ਦੀ ਕੋਸ਼ਿਸ਼ ਕੀਤੀ ਹੈ। ਰੋਪੜ ਵੀ ਹੁਣ ਪਠਾਨ ਤੇ ਰਹਿੰਦੇ ਸਨ ਮੁਗਲ, ਉਹ ਕਰਕੇ ਲੰਘ ਨਹੀਂ ਪਾਏ ਹੈ। ਉੱਥੇ ਹੀ ਫਿਰ ਜਿਹੜਾ ਡੇਰਾ ਸਿੰਘਾਂ ਨੇ ਲਾ ਦਿੱਤਾ ਇੱਧਰ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਕੀਰਤਪੁਰ ਸਾਹਿਬ ਦੇ ਵਿਚਕਾਰ ਹੀ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਪਾਸ ਖਬਰ ਪਹੁੰਚਾਈ ਆ ਵੀ ਖਾਲਸਾ ਜੀ ਤਿਆਰੀ ਤੇ ਕਰਕੇ ਅਸੀਂ ਆ ਰਹੇ ਆ, ਪਰ ਰਸਤੇ ਵਿੱਚ ਰੁਕ ਗਏ ਆ। ਰਾਹ ਦੇ ਵਿੱਚ ਬਹੁਤ ਜਿਹੜਾ ਹੈ ਪਹਿਰਾ ਹੈ ਤੁਰਕਾਂ ਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਖਬਰ ਪਹੁੰਚੀ ਹੈ, ਉਹਨਾਂ ਨੇ ਕੋਈ ਚਿੱਠੀ ਪੱਤਰ ਭੇਜਿਆ, ਕਹਿੰਦੇ ਵੀ ਉੱਥੇ ਤੁਸੀਂ ਡੇਰਾ ਲਾ ਕੇ ਵਿਰਾਜਮਾਨ ਹੋ ਜਾਓ, ਇੱਥੇ ਟਿਕੇ ਰਹੋ। ਜਦੋਂ ਅਸੀਂ ਇਹ ਦੁਸ਼ਟਾਂ ਦਾ ਨਾਸ ਕਰਦੇ ਆ, ਸਮਾਣਾ ਟੱਪਦੇ ਟੁੱਪਦੇ ਇੱਥੇ ਆਵਾਂਗੇ ਨਾ ਪੰਜਾਬ ਦੀ ਧਰਤੀ ਤੇ ਤੁਹਾਨੂੰ ਨੇੜੇ ਆ ਕੇ ਨਾਲ ਹੀ ਮਿਲਾ ਲਵਾਂਗੇ। ਉਹ ਜਿਹੜਾ ਵਚਨ ਸੀ ਖਾਲਸੇ ਨੇ ਮੰਨ ਲਿਆ ਕਿ ਜਿਵੇਂ ਖਾਲਸਾ ਜੀ ਆਗਿਆ ਆਪ ਜੀ ਦੀ ਖਿੜੇ ਮੱਥੇ ਐ। ਫਿਰ ਖਾਲਸਾ ਉੱਥੇ ਕਹਿੰਦੇ ਬਹੁਤ ਦਿਨ ਰਿਹਾ ਹੈ, ਕਿਉਂਕਿ ਸਮਾਂ ਲੱਗਣਾ ਸੀ, ਵੈਰੀ ਨੂੰ ਜਿੱਤਦੇ ਗਾਂ ਆਉਣਾ ਸੀ। ਤੇ ਇੱਧਰ ਜਿਹੜਾ ਮਾਝੇ ਦਾ ਜਿਹੜਾ ਖਾਲਸਾ ਸਿੰਘ ਚੜ੍ਹੇ ਆ ਚੜ੍ਹਾਈ ਕਰਕੇ ਜੰਗ ਵੈਰੀਆਂ ਨੂੰ ਮਾਰਨ ਵਾਸਤੇ, ਉਹ ਫਿਰ ਕਿੰਨਾ ਸਮਾਂ ਇੱਥੇ ਕੀਰਤਪੁਰ ਸਾਹਿਬ ਕੋਲ ਰਹੇ ਹਨ। ਅੰਮ੍ਰਿਤਸਰ ਤੋਂ ਜੋ ਚੱਲ ਕੇ ਉਹ ਚਾਰੇ ਆ ਕੇ ਸਿੰਘ ਸਾਰੇ ਚਿੱਠੀ ਪੱਤਰ ਭੇਜ ਕੇ ਇੱਥੇ ਟਿਕੇ ਹੋਏ ਆ, ਪਹਾੜਾਂ ਦੇ ਵਿੱਚ ਹੀ ਆਣ ਵਿਰਾਜਮਾਨ ਬੈਠੇ ਹੋਏ ਆ। ਉਦੋਂ ਇੱਕ ਰੋੜਿਆਂ ਵਿੱਚੋਂ ਪਿਸ਼ੌਰ ਸਿੰਘ ਹੈ ਸੀ ਉੱਥੇ, ਉਹਨੇ ਵਿਚਾਰ ਕੇ ਵੀ ਗੁਰੂ ਦਾ ਖਾਲਸਾ ਰਹਿ ਰਿਹਾ, ਪ੍ਰਸ਼ਾਦਾ ਤੇ ਸਭ ਨੇ ਛਕਣਾ, ਘੋੜਿਆਂ ਦੀ ਖੁਰਾਕਾਂ ਵੀ ਚਾਹੀਦੀਆਂ, ਹੋਰ ਵੀ ਕਈ ਸ਼ਸਤਰ ਵਸਤਰ ਚਾਹੀਦੇ ਹੀ ਹੈ। ਫਿਰ ਉਹਨੇ ਖਰਚਾ ਦਿੱਤਾ ਹੈ ਖਾਲਸੇ ਨੂੰ। ਹੁਣ ਅਗਲਾ ਪ੍ਰਸੰਗ ਲਿਖਦੇ ਹੋਏ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਆ, ਸਰਹੰਦ ਦੇ ਕੋਲ ਇੱਕ ਸਲੌਦੀ ਨਾਮ ਦਾ ਗ੍ਰਾਮ ਪਿੰਡ ਹੈ, ਉੱਥੇ ਸਿੰਘਾਂ ਦੇ ਬਹੁਤ ਘਰ ਹੈ ਸੀ। ਪਾਵਾ ਜੀ ਉਹ ਸਲੌਦੀ ਸਿੰਘਾਂ ਦਾ ਨਾਮ ਕਰਕੇ ਗ੍ਰਾਮ ਪਿੰਡ ਵੱਜਦਾ ਹੈ। ਇੱਥੇ ਭਾਵੇਂ ਇੱਕ ਨਾਮ ਹੀ ਲਿਖਿਆ ਹੈ, ਦੋ ਜਣੇ ਸਨ। ਇੱਕ ਸੀ ਉਸ ਸਲੌਦੀ ਪਿੰਡਾ ਜਿਹੜਾ ਸ਼ਹਿਰ ਹੈ ਪਿੰਡ ਹੈ, ਇੱਕ ਤੇ ਭਾਈ ਆਲੀ ਸਿੰਘ ਤੇ ਇੱਕ ਭਾਈ ਮਾਲੀ ਸਿੰਘ ਸੀ। ਉਹ ਹੁਣ ਸਮੇਂ ਦੇ ਹਾਲਾਤ ਕਰਕੇ ਜਿਵੇਂ ਆਪਾਂ ਨੌਕਰੀਆਂ ਕਰਦੇ ਆ ਸਰਕਾਰਾਂ ਦੀਆਂ, ਇਸੇ ਪ੍ਰਕਾਰ ਵਜ਼ੀਰ ਖਾਨ ਹੋਣਾ ਦੀ ਨੌਕਰੀ ਚਾਕਰੀ ਕਰਦੇ ਸਨ ਦੋਵੇਂ ਸਿੰਘ, ਬੜੇ ਚੜ੍ਹਦੀ ਕਲਾ ਵਾਲੇ। ਜਿਹੜਾ ਨਵਾਬ ਹੈ ਨਾ ਸਰਹੰਦ ਦਾ, ਉਹਨੇ ਇੱਕ ਦਿਨ ਦੀ ਗੱਲ ਹੈ, ਕਹਿੰਦਾ ਵੀ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਬੁਲਾ ਕੇ ਲਿਆਓ। ਬੁਲਾਇਆ ਹੈ, ਸਦਕੇ ਪੁੱਛ ਕੇ ਨਾ ਟੀਚਰ ਜੀ ਕਰਦਾ ਹੈ, ਕਹਿੰਦਾ ਮੈਂ ਸੁਣਿਆ ਵੀ ਆਲੀ ਸਿੰਘ ਮਾਲੀ ਸਿੰਘ ਤੁਹਾਡਾ ਗੁਰੂ ਕਹਿੰਦੇ ਇੱਕ ਹੋਰ ਨਵਾਂ ਹੀ ਬਣ ਕੇ ਆਇਆ ਹੋਇਆ ਹੈ, ਤੁਸੀਂ ਕੋਈ ਢਿੱਲ ਕੀਤੀ ਹੋਈ, ਇੱਥੇ ਨੌਕਰੀ 'ਚ ਫਸੇ ਹੋਏ ਹੋ, ਆ ਤੁਹਾਨੂੰ ਚਾਹੀਦਾ ਵੀ ਉਸ ਪਾਸ ਜਾਣਾ, ਕਿਤੇ ਦਰਸ਼ਨ ਮੇਲਾ ਕਰਕੇ ਆਓ ਆਪਣੇ ਗੁਰੂ ਦਾ। ਇੰਜ ਕਰੋ, ਜਾਓ ਤੇ ਜਾ ਕੇ ਦਰਸ਼ਨ ਕਰੋ, ਤੇ ਨਾਲੇ ਮੇਰੇ ਪਾਸ ਇੱਥੇ ਸਰਹੰਦ ਵੀ ਲੈ ਆਓ ਉਹਨਾਂ ਨੂੰ। ਮੈਂ ਉੜਦੀ ਗੱਲ ਸੁਣੀ ਹੈ ਵੀ ਉਹ ਕਹਿੰਦੇ ਬਹੁਤ ਜੁਰਤ ਦਿਖਾ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਕਹਿੰਦੇ ਬਹੁਤ ਜੁਰਤ ਕਹਿੰਦੇ ਦਿਖਾ ਰਿਹਾ। ਮੈਂ ਕਹਿੰਦਾ ਮਾਲੀ ਸਿੰਘ ਇੱਥੇ ਉਹਨਾਂ ਨੂੰ ਲਿਆਓ,
ਵੇਖੋ ਮੈਂ ਕਿਵੇਂ ਦੀ ਅਲਖ ਮਟਾਉਣਾ, ਕਿਵੇਂ ਆਕੜ ਮਟਾਉਂਦਾ, ਮੈਂ ਦੱਸ ਦਿਆਂਗਾ ਵਜ਼ੀਰ ਖਾਨ ਕੌਣ ਹੈ। ਕਹਿੰਦਾ ਵੀ ਮੈਂ ਵੀ ਕਿਤੇ ਘੱਟ ਨਹੀਂ ਆ, ਜਿੱਥੇ ਗੁਰੂ ਕੇ ਪੁੱਤਰ ਗਏ ਨਾ, ਭਾਵ ਸਾਹਿਬਜ਼ਾਦੇ ਨੀਹਾਂ ਚਿਣ ਕੇ ਸ਼ਹੀਦ ਕੀਤੇ ਐ, ਕਹਿੰਦਾ ਉਹਨਾਂ ਵਿੱਚ ਰਲਾ ਦਿਆਂਗਾ, ਮੈਂ ਉੱਥੇ ਹੀ ਭੇਜ ਦਿਆਂਗਾ। ਆਲੀ ਸਿੰਘ ਮਾਲੀ ਸਿੰਘ ਗੁਰੂ ਕੇ ਸਿੰਘ ਹੈ। ਕਹਿੰਦੇ ਆ ਵਜ਼ੀਰ ਖਾਨ ਵੇਖ, ਜੇ ਤੇ ਹੋਊਗਾ ਨਾ ਗੁਰੂ ਪੂਰਾ ਜੀ ਦੇ ਬਾਰੇ ਤੂੰ ਕਹਿਣਾ ਹੈ, ਉਹ ਗੁਰੂ ਪੂਰੇ ਨੂੰ ਬੁਲਾਉਣਾ ਥੋੜੀ ਪੈਂਦਾ, ਤੂੰ ਯਾਦ ਕਰਦਾ ਉਹ ਸੁਦੇ ਸਿੱਧੀ ਆ ਜਾਣਗੇ, ਉਹ ਆਪੇ ਪੂਰੇ ਗੁਰੂ ਆ ਜਾਣਗੇ, ਕਿਉਂਕਿ ਗੁਰੂ ਪੂਰੇ ਦੀ ਗੱਲ ਹੈ, ਇਹ ਗੁਰੂ ਦਾ ਸਿਧਾਂਤ ਹੈ। ਜੇ ਕੋਈ ਯਾਦ ਕਰੇ ਤੇ ਗੁਰੂ ਬਿਨਾਂ ਕਹੇ ਉੱਥੇ ਪਹੁੰਚ ਜਾਂਦੇ ਯਾਦ ਕਰਨ ਵਾਲੇ ਪਾਸ। ਕਹਿੰਦਾ ਸ਼ਾਹ ਜੀ ਆਪਣੇ ਆਪ ਹੀ ਆ ਜਾਣਗੇ, ਬੜੀ ਚੰਗੀ ਗੱਲ ਹੈ, ਚਲੋ ਉਹਨਾਂ ਚ ਤੁਹਾਨੂੰ ਫਿਰ ਮੈਂ ਕੈਦ ਵਿੱਚ ਪਾ ਦਿੰਦਾ, ਕੈਦ ਕਰ ਦਿੰਦਾ ਹਾਂ। ਫਿਰ ਉਦੋਂ ਛੱਡ ਦਿਆਂਗੇ ਜਦੋਂ ਤੁਹਾਡੇ ਗੁਰੂ ਨੂੰ ਦੇਖ ਲਿਆਂਗੇ ਵੀ ਕੌਣ ਗੁਰੂ ਹੈ ਤੁਹਾਡਾ, ਪੂਰਾ ਗੁਰੂ ਆਪਣੇ ਆਪ ਹੀ ਆਉਂਦਾ ਕਿ ਜਾਂ ਬੁਲਾਉਣਾ ਪੈਂਦਾ ਹੈ। ਜੇ ਯਾਦ ਰੱਖਿਓ, ਜੇ ਤੁਹਾਡਾ ਗੁਰੂ ਇੱਥੇ ਸਰਹੰਦ ਨਾ ਪਹੁੰਚਿਆ ਤੇ ਆਲੀ ਸਿੰਘ ਮਾਲੀ ਸਿੰਘ ਤਿਆਰੀ ਕਰ ਲਓ, ਤੁਹਾਨੂੰ ਵੀ ਦੋਜਖ ਚ ਪਜਾ ਦਿਆਂਗਾ, ਮਾਰ ਦਿਆਂਗਾ ਮੈਂ। ਇਸ ਤਰ੍ਹਾਂ ਕਰਾਰ ਜਿਹਾ ਕਰਕੇ ਨਾ ਵੀ ਤੁਸੀਂ ਕੋਈ ਗੱਲ ਨਹੀਂ, ਗੁਰੂ ਆ ਜਾਊਗਾ ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰ ਲਾਂਗੇ, ਗੁਰੂ ਤੁਹਾਡੇ ਨੂੰ ਮਿਲ ਲਵਾਂਗੇ। ਇਹ ਕਰਾਰ ਕਰਕੇ ਤੇ ਬੇੜੀਆਂ ਪਾ ਦਿੱਤੀਆਂ ਹੈ। ਉਹ ਜਿਹੜੀ ਬੇੜੀ ਪਾਈ ਹੋਈ ਉਹ ਖੁੱਲੀਆਂ ਸੀ, ਉਹ ਪੈਰਾਂ ਵਿੱਚ ਟਿਕਦੀਆਂ ਨਹੀਂ ਆ, ਖੁੱਲੀਆਂ ਖੁੱਲੀਆਂ ਹਨ ਬੇੜੀਆਂ। ਤੁਰਕ ਕਹਿੰਦੇ ਕਿਤੇ ਭਾਜੀ ਨਾ ਜਾਣ, ਇਸ ਕਰਕੇ ਉਹ ਕੁੰਡਿਆਂ ਨੂੰ ਤੜਾ ਤੜਾ ਕੇ ਤੰਗ ਕਰਾ ਰਹੇ ਆ। ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿਹੜੇ ਵੀਰ ਹੈ ਨਾ, ਸੂਰਮੇ ਭਾਵ ਗੁਪਤ ਜਿਹੜੇ ਦਿਖਦੇ ਨਹੀਂ ਕਿਸੇ ਨੂੰ, ਉਹ ਕਹਿੰਦੇ ਵੀਰ ਆ ਗਏ ਇੱਥੇ ਕਚਹਿਰੇ, ਇੱਥੇ ਜੇਲ੍ਹ ਕੈਦ ਦੇ ਵਿੱਚ ਸਰਹੰਦ ਦੀ, ਤੇ ਉਹਨਾਂ ਨੇ ਆ ਕੇ ਸਿੰਘਾਂ ਨੂੰ ਕਿਹਾ, ਉਹ ਕਿਸੇ ਨੂੰ ਨਹੀਂ ਕਹਿੰਦੇ ਦਿਖੇ ਜਦੋਂ ਆਏ, ਵੀ ਸ਼ਕਤੀ ਵਰਤੀ ਹੈ। ਤੇ ਉਹਨਾਂ ਕਿਹਾ ਭਾਈ ਆਲੀ ਸਿੰਘ ਮਾਲੀ ਸਿੰਘ ਤੁਸੀਂ ਤੁਰੋ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ, ਇਹ ਸਾਡਾ ਕੁਝ ਨਹੀਂ ਵਿਗਾੜ ਸਕਦੇ, ਤੁਹਾਨੂੰ ਇਹ ਕੁਝ ਨਹੀਂ ਕਹਿ ਸਕਦੇ। ਜਦੋਂ ਐਵੇਂ ਵੀਰ ਆਏ ਆ ਵੀ ਹੱਦ ਹੋ ਗਈ ਕਿ ਇਹਨੂੰ ਦਿਖੇ ਨਹੀਂ ਹੈ, ਫਿਰ ਸਿੰਘਾਂ ਦਾ ਮਨ ਪੂਰਾ ਪਤੀਜ ਗਿਆ, ਮੰਨ ਗਿਆ ਵੀ ਵਾਕਿਆ ਹੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਆ ਨਾ ਗੁਰੂ ਕੇ ਸਿੰਘ ਭੇਜੇ ਹੋਏ ਪੂਰੇ ਪੂਰੇ ਹਨ। ਉਸੇ ਵੇਲੇ ਬੇੜੀਆਂ ਜੀ ਆਪ ਖਲਾ ਖਲੂ ਕੇ ਤੇ ਪਹੁੰਚ ਗਏ ਨਵਾਬ ਪਾਸ ਹੀ। ਕਹਿੰਦੇ ਨਵਾਬ ਇਹ ਜਿਹੜੀ ਸਾਡੀ ਤਨਖਾਹ ਬਣਦੀ ਨਾ ਅਗਲੀ ਪਿਛਲੀ, ਉਹ ਸਾਡਾ ਹਿਸਾਬ ਕਿਤਾਬ ਕਰਦੇ, ਅਸੀਂ ਨਿੱਤਰ ਕੋ ਰਹਿਣਾ ਹੈ। ਨਵਾਬ ਕੱਚਾ ਜਿਹਾ ਪੈ ਗਿਆ। ਵਜ਼ੀਰ ਖਾਨ ਕਹਿੰਦਾ ਓਏ ਆਲੀ ਸਿੰਘ ਮਾਲੀ ਸਿੰਘ ਕੀ ਹੋ ਗਿਆ ਤੁਹਾਨੂੰ, ਮੈਂ ਤੇ ਹੱਸ ਕੇ ਗੱਲ ਤੁਹਾਨੂੰ ਕਹੀ ਸੀ, ਮੈਂ ਤੁਹਾਡੇ ਨਾਲ ਕੋਈ ਵੈਰ ਥੋੜੀ ਕਰ ਰਿਹਾ ਸਾਂ। ਕਹਿੰਦਾ ਵੀ ਤੁਸੀਂ, ਮੈਂ ਤੁਹਾਨੂੰ ਹੱਸ ਕੇ ਗੱਲ ਕਹੀ ਹੋਈ ਹੈ। ਆਲੀ ਸਿੰਘ ਮਾਲੀ ਸਿੰਘ ਕਹਿਣ ਲੱਗਾ ਵੀ ਨਵਾਬ ਹੁਣ ਨਹੀਂ ਇਹੀ ਰਹਿਣਾ ਹੈ, ਹੁਣ ਤੇ ਹੀ ਜਾਣਾ ਜਾਣਾ, ਬਚਨ ਹੋ ਗਿਆ ਇੱਥੋਂ ਜਾਣ ਦਾ। ਤੂੰ ਹੀ ਤੇ ਕਹਿਣਾ ਵੀ ਇਹ ਸਿੰਘ ਕਾਦੇ ਤੇ ਮਰਨੋਂ ਡਰਦੇ, ਇਹਨਾਂ ਦੇ ਤੇ ਪੱਲੇ ਕੱਖ ਨਹੀਂ, ਇਹ ਤੇ ਮੌਤ ਤੋਂ ਥਰ ਥਰ ਕੰਬਦੇ ਹਨ। ਇਸ ਕਰਕੇ ਅਸੀਂ ਡਰਪੋਕ ਹੀ ਰਹਿਣ ਦੇ, ਸਾਨੂੰ ਅਸੀਂ ਨਹੀਂ ਇੱਥੇ ਰਹਿਣਾ, ਸਾਡਾ ਉੱਥੇ ਜਾ ਹੀ ਹੁਣ ਸਰੂਗਾ, ਭਾਵ ਗੁਰੂ ਆਪਣੇ ਪਾਸ ਹੀ ਜਾਵਾਂਗੇ ਜਿਹਨੂੰ ਤੂੰ ਸਾਡਾ ਗੁਰੂ ਬਣਾ ਚੁੱਕਾ ਹੈ। ਕਹਿੰਦੇ ਜਿਹਨੂੰ ਤੂੰ ਗੁਰੂ ਕਹਿਣਾ ਨਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖੀ ਹੈ, ਖਾਲਸਾ ਹੀ ਹੈ, ਪਰ ਉਹਨੂੰ ਸੁਣਾਉਂਦੇ ਆ ਕਹਿੰਦੇ ਵੀ ਜਿਹਨੂੰ ਤੂੰ ਗੁਰੂ ਕਹਿਣਾ ਨਾ, ਉਹ ਗੁਰੂ ਦੇ ਨਾਲ ਫੇਰ ਮਿਲ ਕੇ ਫੇਰ ਤੈਨੂੰ ਮਿਲਾਂਗੇ। ਹੁਣ ਸਿੰਘਾਂ ਨੇ ਜਿਵੇਂ ਤੈਨੂੰ ਗਲੋਂ ਲਾਈਦਾ ਨਾ, ਏਦਾਂ ਸਿਰ ਦੇ ਉੱਪਰ ਦੋਵੇਂ ਹੱਥ ਖੜੇ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ ਹੈ। ਤੇ ਉੱਥੋਂ ਨਿਕਲ ਕੇ ਜੇਲ੍ਹ ਚੋਂ ਜਿਹੜਾ ਸ਼ੇਰ ਖੰਡਾ ਦਿੱਲੀ ਤੋਂ 30 ਜਿਹੜਾ ਕੋਹ ਦੀ ਵੇਖਦੇ ਹੈ, ਉਹਦਾ ਰਾਹ ਕਿਹਨੂੰ ਪੁੱਛ ਲਿਆ ਵੀ ਸ਼ੇਰ ਖੰਡਾ ਜਿਹੜਾ ਸਥਾਨ ਕਿੱਥੇ ਪੈਂਦਾ ਹੈ। ਅੱਗੋਂ ਕਹਿੰਦੇ ਦੱਸਿਆ ਵੀ ਜਿਹੜਾ ਖਖਰੋੜ ਪਰਗਣਾ ਇਲਾਕਾ ਉਹਦੇ ਵਿੱਚ ਹੀ ਪੈਂਦਾ ਹੈ ਇਹ ਸਥਾਨ। ਤੇ ਦਿੱਲੀ ਤੋਂ ਕੋਈ ਜਿਹੜਾ 30 ਕੋਹ ਇਧਰੋਂ ਜਾਂਦਿਆਂ ਇਧਰਲੇ ਪਾਸੇ 30 ਕੋਹ ਦੇ ਵੇਖ ਦੇ ਪਿੱਛੇ ਪੈਂਦਾ ਹੈ, ਤੇ ਤੁਸੀਂ ਉੱਥੇ ਚਲੇ ਜਾਓ। ਇਹ ਸਿੰਘ ਤੁਰੇ ਆ ਹੱਲਾ ਮਾਰ ਕੇ,
ਤੇ ਉੱਥੇ ਪਹੁੰਚ ਗਏ। ਐਵੇਂ ਦਿਲ ਵਿੱਚ ਹੋਸ਼ ਕਰਕੇ ਵਿਚਾਰ ਕੇ ਵੀ ਪਹੁੰਚਣਾ ਹੀ ਪਹੁੰਚਣਾ ਹੈ। ਬੰਦੇ ਕੀ ਪ੍ਰਤਿਗਿਆ ਲਈਐ ਤੇ ਮਨ 'ਚ ਵਿਚਾਰ ਦੀ ਪਹੁੰਚਣੀ ਵਾਲੇ ਨਾਲ ਕਹਿੰਦੇ ਵੀ ਏਦਾਂ ਨਹੀਂ ਚਾਹੀਦਾ, ਸਿੱਧਾ ਮਿਲਣਾ। ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੀ ਪ੍ਰਤਿਗਿਆ ਨਾ ਪ੍ਰਤਿਆਵਾ ਵੀ ਉਹ ਪੂਰੇ ਹੀ ਹੈ, ਗੁਰੂ ਕੇ ਸਿੰਘ ਅੱਗੇ ਜਾ ਰਹੇ ਹੀ ਹੈ। ਇਹ ਪ੍ਰਤਿਗਿਆ ਲੈਣੀ ਚਾਹੀਦੀ ਹੈ। ਵਜ਼ੀਰੈ ਮਾਰੈ ਇਮ ਚਿਤ ਪਰਤਯੋ ਇਹ ਸਾਡੇ ਪ੍ਰਤਿਗਿਆ ਕੀ ਵੀ ਵੇਖਣਾ ਚਾਹੀਦਾ ਵੀ ਅੰਤਰਜਾਮ ਦਾ ਕੋਈ ਹੈ। ਜੇ ਤੇ ਉਹਨਾਂ ਨੇ ਸਾਨੂੰ ਪਛਾਣ ਲਿਆ ਬਿਨਾ ਕਿ ਗੱਲ ਕੀਤੀ ਕੋਈ ਸਾਡੇ ਨਾਂ ਨੂੰ ਲੈ ਦਿੱਤੇ ਤੇ ਫਿਰ ਕਹਿੰਦੇ ਵੀ ਵਜ਼ੀਰ ਨੂੰ ਜ਼ਰੂਰ ਮਾਰਨਗੇ, ਵਜ਼ੀਰ ਖਾਨ ਨੂੰ ਜ਼ਰੂਰ ਮਾਰ ਦੇਣਗੇ। ਇਵੇਂ ਚਿੱਤ ਵਿੱਚ ਵਿਚਾਰਿਆ ਹੈ, ਪਰਤਿਆ ਹੈ। ਜੋ ਹਮ ਕੋ ਮਹਿ ਲੈ ਹੈ ਨਾਮ ਦੋਵਾਂ ਨੇ ਸੰਕਲਪ ਕੀਤਾ ਵੀ ਜੇ ਜਾਂਦਿਆਂ ਜਾਂਦੇ ਕਹਿ ਦੇਣਾ ਵੀ ਆਲੀ ਸਿੰਘ ਮਾਲੀ ਸਿੰਘ ਤੇ ਸਾਡਾ ਨਾਂ ਲੈ ਦੇਣ। ਹਮ ਸਾਰੇ ਗੋ ਸਭ ਗੁਰ ਕਾਮ ਕਹਿੰਦੇ ਵੀ ਫਿਰ ਤੇ ਕੋਈ ਸ਼ੰਕਾ ਹੀ ਨਹੀਂ ਹੈ। ਗੁਰੂ ਦੇ ਸਾਰੇ ਜਿਹੜੇ ਸ਼ੁਭ ਕਾਮ ਚੰਗੇ ਕੰਮ ਇਹ ਸਾਰੇ ਗਾਪਾ ਪੂਰੇ ਕਰੇਗਾ। ਇਹ ਤੇ ਫਿਰ ਸੁਧੇ ਸੇਧੀ ਹੋਣਗੇ, ਅੰਤਰਜਾਮਤਾ ਹੋਈ, ਕਿਉਂਕਿ ਸ਼ਕਤੀ ਬਹੁਤ ਜ਼ਰੂਰੀ ਹੈ। ਜਿਵੇਂ ਭਾਈ ਮਾਨਸੁਖ ਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸ ਗਿਆ ਸੀਗਾ ਤੇ ਜਾਂਦਿਆਂ ਜਾਂਦਿਆਂ ਸੋਚਦਾ ਵੀ ਜੇ ਗੁਰੂ ਪੂਰੇ ਤਾਂ ਹੈ ਜੇ ਮੇਰਾ ਨਾਮ ਲੈ ਦੇ। ਤੇ ਤੁਰੇ ਜਾ ਰਹੇ ਹੈ, ਪਹੁੰਚਣੀ ਵਾਲੇ ਭਾਈ ਮਰਦਾਨਾ ਜੀ ਪਹਿਲਾਂ ਪਹੁੰਚ ਗਏ ਤੇ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਵੀ ਆਹ ਕਿਹਨੂੰ ਨਾਲ ਸਾਥ ਲਿਆਂਦਾ ਹੈ? ਕਹਿੰਦੇ ਮਹਾਰਾਜ ਇਹ ਸਿੱਖ ਹੀ ਆ, ਇੱਥੋਂ ਆਇਆ ਸਾਡੇ ਨਾਲ। ਤੇ ਮਹਾਰਾਜ ਜੀ ਦੇ ਪਾਸ ਮੱਥਾ ਟੇਕਿਆ। ਮਹਾਰਾਜ ਕਹਿੰਦੇ ਹਾਂ ਵੀ ਭਾਈ ਮਨ ਸੁਖ, ਮਨ ਨੂੰ ਸੁਖ ਕਰਨ ਵਾਲਿਆਂ ਆ ਗਿਆ ਹੈ। ਤੇ ਏਦਾਂ ਕਿਹਾ। ਫਿਰ ਬੜਾ ਹੈਰਾਨ ਹੋਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਅੰਤਰਜਾਮੀ ਹੈ, ਅੰਤਰਜਾਮੀ ਪੁਰਖ ਵਿਧਾਤੇ ਹੀ ਹੈ ਸਤਿਗੁਰੂ। ਫਿਰ ਬੜਾ ਖੁਸ਼ ਹੋਇਆ ਜੀ। ਐਸਾ ਆਨੰਦ ਭਗਤ ਗੁਰੂ ਮਹਾਰਾਜ ਦਾ ਹੋਇਆ, ਬੜਾ ਬ੍ਰਹਮ ਗਿਆਨੀ। ਇਸੇ ਪ੍ਰਕਾਰ ਇਹ ਸ਼ੰਕਾ ਕਰਦੇ ਵੀ ਜੇ ਤੇ ਨਾਮ ਲੈ ਲੇਗਾ ਜ਼ਰੂਰ ਗੁਰੂ ਮਹਾਰਾਜ ਦੇ ਕਾਰਜ ਸਾਰੇ ਕਰੇਗਾ, ਬਦਲੇ ਜ਼ਰੂਰ ਲਵੇਗਾ। ਦੋਹਰਾ ਦਸੋ ਭੁਜੰਗੀ ਥੇ ਤੁਰੇ ਜਦੋਂ ਭਾਈ ਆਲੀ ਸਿੰਘ ਮਾਲੀ ਗਏ ਐ 10 ਭੁਜੰਗੀ ਨਾਲ ਤੁਰੇ। ਭੁਜੰਗੀ ਪੂਰੇ ਖਾੜਕੂ ਸਿੰਘ, ਆਲੀ ਮਾਲੀ ਸਿੰਘ ਸਾਥ ਭਾਈ ਆਲੀ ਸਿੰਘ ਦੇ ਭਾਈ ਮਾਲੀ ਸਿੰਘ ਦੇ ਨਾਲ। ਦੂਰੋਂ ਬੰਦਾ ਦੇਖ ਕੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੂਰੋਂ ਹੀ ਆਉਂਦਿਆਂ ਨੂੰ ਵੇਖ ਕੇ 10 ਜਾਣਿਆਂ ਨੂੰ ਧਰਿਓ ਮਾਥ ਪਰ ਹੱਥ ਤੇ ਇਹਨਾਂ ਦੂਰੋਂ ਹੀ ਉਹਨਾਂ ਨੇ ਮੱਥੇ ਜਿਹੜਾ ਹੱਥ ਰੱਖ ਲਿਆ ਹੈ। ਭਾਵ ਹੱਥ ਮੱਥੇ ਦਾ ਹੱਥ ਵੀ ਹੈ, ਦੋਵੇਂ ਹੱਥ ਜੋੜ ਕੇ ਨਾ ਤੇ ਇਹਨਾਂ ਵੱਲ ਦੇਖਿਆ ਹੈ। ਜਾਂ ਇਹਨਾਂ ਸਿੰਘਾਂ ਨੇ ਵੀ ਦੂਰੋਂ ਵੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੇ ਹੱਥ ਜੋੜੇ ਹੈ। ਜੋ ਪਈ ਵਾਹਿਗੁਰੂ ਕੀ ਫਤਿਹ ਬੁਲਾਈ ਜਾਂਦਿਆਂ ਹੀ ਕਿਹਾ ਦੂਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਈ ਹੈ। ਅਕਾਲ ਅਕਾਲ ਕੀ ਆਵਾਜ਼ ਸੁਣਾਈ ਗੁਰਬਰ ਅਕਾਲ ਦੇਗ ਦੇਗ ਫਤਿਹ, ਸਤਿ ਸ੍ਰੀ ਅਕਾਲ। ਅਕਾਲ ਅਕਾਲ ਦੀ ਜਿਹੜੀ ਆਵਾਜ਼ ਸੁਣਾਈ ਹੈ। ਅੱਗੇ ਬੰਦਾ ਜੋ ਬਚਨ ਸੁਣਾਏ ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਚਨ ਸੁਣਾਏ ਇਹਨਾਂ ਨੂੰ। ਚਾਹ ਤੇ ਆਪਣੇ ਨਾਮ ਬਤਾਏ ਇਹ ਖਾਲਸਾ ਜੀ ਭਾਈ ਆਲੀ ਸਿੰਘ ਮਾਲੀ ਸਿੰਘ ਨੂੰ ਕਿਹਾ ਖਾਲਸਾ ਜੀ ਇਹ ਤੁਸੀਂ ਚਾਹੁੰਦੇ ਹੋ ਨਾ ਵੀ ਸਾਡੇ ਨਾਮ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਬਿਨ ਦੱਸੇ ਦੱਸ ਦੇਵੇ। ਆਲੀ ਮਾਲੀ ਸਿੰਘ ਪਸੌੜੀਏ ਆਏ ਕਹਿੰਦੇ ਲਓ ਸੁਣੋ ਫਿਰ। ਇੱਕ ਤੇ ਹੈ ਆਲੀ ਸਿੰਘ, ਇੱਕ ਹੈ ਮਾਲੀ ਸਿੰਘ ਤੇ ਨਾਲ ਪਸੌੜੀਏ ਜਿਹੜੇ ਸਿੰਘ ਹੈ ਨਾ ਉਹ ਆਏ ਹੋਏ ਆ ਗੁਰੂ ਕੇ ਪਿਆਰੇ। ਰਾਮਾਤ ਘਰੋਂ ਢੂੰਡਤ ਧਾਏ ਭਾਈ ਆਲੀ ਸਿੰਘ ਮਾਲੀ ਸਿੰਘ ਜਦੋਂ ਤੁਸੀਂ ਘਰੋਂ ਚੱਲੇ ਹੋ ਨਾ ਕਰਾਮਾਤ ਘਰੋਂ ਹੀ ਲੱਭਦੇ ਤੁਸੀਂ ਆਏ ਹੋ ਵੀ ਵੇਖਾਂਗੇ ਕਿੰਨੀ ਕੁ ਸ਼ਕਤੀ ਦੇ ਮਾਲਕ ਹੈ। ਰਾਮਾਤ ਉਸ ਸਤਿਗੁਰ ਮਾਹੀ ਕਹਿੰਦੇ ਖਾਲਸਾ ਜੀ ਮੇਰੇ 'ਚ ਕੀ ਸ਼ਕਤੀ ਹੈ? ਮੇਰੇ 'ਚ ਤਾਂ ਕੋਈ ਸ਼ਕਤੀ ਨਹੀਂ ਹੈਗੀ। ਕਰਾਮਾਤ ਉਹ ਸਤਿਗੁਰੂ ਵਿੱਚ ਹੈ ਜੋ ਅਨੰਤ ਕਲਾ ਲੈ ਠਾਕੋ ਚੜਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜਣ ਵਾਲੋ ਰਾਜ ਰਖਾਈ ਉਹ ਭੇਜਣ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਜ਼ਤ ਪੱਤ ਰੱਖੀ, ਲਾਜ ਰੱਖੀ ਹੈ। ਦਾਸਾਂ ਦੀ ਸੇਵਕਾਂ ਦੀ ਭੇਜਿਆ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ, ਉਹਨੇ ਹੀ ਸਾਡੀ ਲਾਜ ਪੱਤ ਰੱਖੀ ਹੋਈ ਹੈ। ਉਨਕੋ ਨਾਮ ਸੁਣਾਇਓ ਇਉਂ ਕਹਿ ਕੇ ਉਹਨਾਂ ਦੇ ਨਾਮ ਸੁਣਾ ਦਿੱਤੇ। ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਪਸੌੜੀ ਸਿੰਘ ਨਾਲ ਲੈ ਕੇ ਆਇਓ 10 ਜਾਣੇ ਹੋ। ਉਨਕੋ ਮਨ ਠੀਕ ਪ੍ਰਤਿਆਇਓ ਆਹ ਸੁਣਦਿਆਂ ਸਾਰਿਆਂ ਦਾ ਮਨ ਕਹਿੰਦਿਆਂ ਪਰਤ ਗਿਆ ਹੈ, ਪਤੀਜ ਗਿਆ, ਮੰਨ ਗਿਆ ਵੀ ਸੱਚਮੁੱਚ ਹੀ ਗੁਰੂ ਕਾ ਖਾਲਸਾ ਮਹਾਨ ਹੈ ਬਾਬਾ ਬੰਦਾ ਸਿੰਘ ਬਹਾਦਰ। ਆਲੀ ਮਾਲੀ ਸਿੰਘ ਬੰਦਾ ਕਹੀ ਉਸ ਵੇਲੇ ਬਾਬਾ ਭਾਈ ਆਲੀ ਸਿੰਘ ਦੇ ਭਾਈ ਮਾਲੀ ਸਿੰਘ ਨੇ ਬਾਬਾ ਬੰਦਾ ਸਿੰਘ ਨੂੰ ਇਹ ਬਚਨ ਕਿਹਾ। ਹੁਣ ਮੈਂ ਤੁਮ ਮੈਂ ਭੇਦੋ ਨਹੀਂ ਮਹਾਰਾਜ ਖਾਲਸਾ ਜੀ ਉਹਨਾਂ ਵਿੱਚ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਤੁਹਾਡੇ ਵਿੱਚ ਤਾਂ ਕੋਈ ਭੇਦ ਹੀ ਨਹੀਂ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀਂ।
ਇਹਦੇ ਜਿਉ ਜਲ ਮੈਂ ਜਲਾਏ ਖਟਾਨਾ ਉਹ ਅਵਸਥਾ ਹੈ ਤੁਹਾਡੀ। ਮੈਂ ਕਾਹੇ ਕੋ ਦੇਰ ਲਗਾਈ। ਮਹਾਂਪੁਰਸ਼ੋ ਇਹ ਤੁਸੀਂ ਕਹਿੰਦੇ ਦੇਰ ਕਾਹਨੂੰ ਲਾਈ ਹੋਈ ਹੈ, ਤੁਹਾਡੇ ਵਿੱਚ ਸਾਰੀ ਕਰਾਮਾਤ ਹੈ। ਕਰੋ ਕਾਰ ਕਰਨ ਆਏ ਜਾਹੀ। ਤੁਸੀਂ ਜਿਹੜੇ ਕੰਮ ਨੂੰ ਆਏ ਨਾ ਉਹ ਹੁਣ ਕੰਮ ਕਰੋ। ਭਾਵ ਜਿਹੜਾ ਬਦਲਾ ਲੈਣ ਆਏ ਉਹ ਸਾਹਿਬਜ਼ਾਦਿਆਂ ਦਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ। ਜੋ ਗੁਰੂ ਮਹਾਰਾਜ ਨੇ ਕਿਹਾ ਵੀ ਮੇਰਾ ਖਾਲਸਾ 5-5 ਇੱਟਾਂ ਇਹ ਚੁੱਕ ਚੁੱਕ ਕੇ ਸਤਲੁਜ ਪਾਏਗਾ, ਇਹ ਕਾਜ ਕਰੋ ਹੁਣ ਤਗੜਿਆਂ ਹੋ ਕੇ। ਬੰਦਾ ਨੇ ਉਨਸੋ ਕਹੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਉਹਨਾਂ ਨੂੰ ਗੱਲ ਕਹੀ। ਸਿੰਘ ਆਵਤ ਹੈ ਮਿਲਣੇ ਕਈ। ਕਹਿੰਦੇ ਖਾਲਸਾ ਜੀ ਇੱਕ ਨਹੀਂ ਸਿੰਘ ਕਈ ਜਿਹੜੇ ਨਾ ਆ ਰਹੇ ਮਿਲਣ ਵਾਸਤੇ। ਉਨਕੋ ਚਾਹੀਏ ਸੰਗ ਲਾਏ। ਹਾਂ ਸਾਡਾ ਫਰਜ਼ ਹੈ ਜਦੋਂ ਖਾਲਸੇ ਨੂੰ ਚਿੱਠੇ ਭੇਜ ਦਿੱਤੇ ਆ ਫਿਰ ਕਾਹਲੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਨਾਲ ਰਲਾਉਣਾ ਚਾਹੀਦਾ ਹੈ। ਇਮ ਕਰਕੇ ਹਮ ਦੇਰ ਲਗਾਏ। ਇਸੇ ਕਰਕੇ ਖਾਲਸਾ ਜੀ ਦੇਰ ਲਾਈ ਹੋਈ ਹੈ, ਨਹੀਂ ਤੇ ਅਸੀਂ ਤਿਆਰ ਬੈਠੇ ਹੋਏ ਆ। ਜਿਨ ਕੋ ਅੱਗੇ ਚਿੱਠੇ ਥੇ ਗਏ। ਇਹ ਜਿੰਨਾ ਪਾਸ ਅੱਗੇ ਪਹਿਲਾਂ ਜਿਹੜੇ ਚਿੱਠੇ ਦੇ ਦਿੱਤੇ ਗਏ ਹੈ ਆਵਤ ਦੂਰੋਂ ਧਏ। ਖਾਲਸਾ ਜੀ ਉਹ ਕਾਬਲ ਕਦਾਰ ਤੋਂ ਲੈ ਕੇ ਮਾਝੇ ਦੇ ਜਿਹੜੇ ਸਿੰਘ ਹੈ ਸਾਰੇ ਦੂਰੋਂ ਬੜੀ ਛੇਤੀ ਨਾਲ ਆ ਰਹੇ ਹੈ। ਦੋਹਰਾ ਉਨਕਾ ਦਿਲ ਕੀ ਹਮ ਬੁਝੈ। ਕਹਿੰਦੇ ਉਹਨਾਂ ਦੇ ਦਿਲ ਦੀ ਜਿਹੜੀ ਗੱਲ ਹੈ ਉਹ ਅਸੀਂ ਬੁੱਝਦੇ ਆ ਸਮਝਦੇ ਆ ਕੀ ਚਾਹੁੰਦੇ ਆ। ਵਹ ਚਾਹ ਫਤਿਹ ਲਈ ਆਪ। ਉਹ ਗੁਰੂ ਦਾ ਖਾਲਸਾ ਕਹਿੰਦੇ ਆਪ ਫਤਿਹ ਲੈਣੀ ਚਾਹੁੰਦਾ। ਖਾਲਸਾ ਕਹਿੰਦਾ ਵੀ ਅਸੀਂ ਆਪ ਅੱਗੇ ਹੋ ਕੇ ਜੰਗ ਕਰਨੀ ਹੈ ਤੇ ਜੰਗ ਜਿੱਤ ਕੇ ਤੇ ਫਤਿਹ ਪਾਉਣੀ ਹੈ, ਵੈਰੀਆਂ ਦੁਸ਼ਟਾਂ ਦਾ ਨਾਸ਼ ਖਾਤਮਾ ਕਰਨਾ ਹੈ। ਦੱਖਣ ਪੂਰਬ ਪੱਛਮ। ਇਸ ਪ੍ਰਕਾਰ ਦੱਖਣ ਦੀ ਧਰਤੀ, ਪੂਰਬ ਦੀ ਧਰਤੀ ਤੇ ਪੱਛਮ ਦੀ ਧਰਤੀ। ਆਏ ਥਾਪ। ਇਹ ਪਹਾੜਾਂ ਦੇ ਵਿੱਚ ਵੀ ਜਿਹੜੇ ਸਿੰਘ ਰਹਿ ਰਹੇ ਨਾ ਮਾਝੇ ਦੇ ਸਾਰੇ ਥਾਪ ਕੇ ਗੱਲ ਜਿਹੜੀ ਟਿਕਾ ਕੇ ਆਏ ਹੋਏ ਵੀ ਫਤਿਹ ਆਪ ਲੈਣੀ ਅੱਗੇ ਹੋ ਕੇ। ਚੌਪਈ ਕੌਲੋ ਮਾਲਵਿਓ ਖਾਲਸੂ ਆਇਓ। ਕਿ ਇੰਨੇ ਨੂੰ ਗੱਲ ਲਕਾਰੀ ਰਹੇ ਸੀ, ਕਹਿੰਦੇ ਜਿਹੜੇ ਖਾਲਸੇ ਦੇ ਸਿੰਘ ਆ ਉਹ ਸਾਰੇ ਉੱਥੇ ਆਣ ਢੁਕੇ ਆ। ਸਿੰਘ ਭਾਈ ਕਾ ਧਿਆਇਓ। ਇਹ ਭਾਈ ਕੇ ਚੱਕ ਦਾ ਭਾਈ ਫਤਿਹ ਸਿੰਘ ਉਹ ਕੁਝ ਸਿੰਘਾਂ ਦਾ ਦਸਤਾ ਲੈ ਕੇ ਆਇਆ ਹੋਇਆ ਹੈ। ਕਰਮ ਸਿੰਘ ਰੂਪੇ ਵਾਰੇ। ਭਾਈ ਰੂਪੇ ਵਾਲੇ ਭਾਈ ਕਰਮ ਸਿੰਘ ਹੋਣੀ ਵੀ ਆਏ, ਜੋ ਨਗਰ ਹੈ ਭਾਈ ਰੂਪੇ ਵਾਲਾ। ਆਏ ਤੇ ਵੀ ਗੁਰੂ ਪਿਆਰੇ। ਹੋਰ ਵੀ ਗੁਰੂ ਕੇ ਪਿਆਰੇ ਬੇਅੰਤ ਬੇਨਤੀ ਆਏ, ਚੜ੍ਹਦੀ ਕਲਾ ਵਾਲੇ ਯੋਧੇ। ਰਾਮਾ ਤਿਲੋਕਾ ਆਪ ਨਾ ਆਏ। ਫੂਲਕਿਆਂ ਵਿੱਚੋਂ ਭਾਈ ਰਾਮ ਸਿੰਘ ਦੇ ਭਾਈ ਤਿਲੋਕਾ ਸਿੰਘ ਇਹ ਵੀ ਆਏ ਹੋਏ ਸਿੰਘਾਂ ਨਾਲ। ਦੇ ਖਰਚ ਉਨ ਭੇਜੇ ਪ੍ਰਾਏ। ਰਾਮ ਤਿਲੋਕਾ ਆਪ ਬਣਾਏ, ਕਹਿੰਦੇ ਆਪ ਤਾਂ ਨਹੀਂ ਆਏ ਹੈ ਤੇ ਦੇ ਖਰਚ ਉਹਨਾਂ ਨੇ ਦੂਜੇ ਭੇਜੇ ਸਿੰਘ। ਖਾਲਸਾ ਜੀ ਜਾਓ ਆ ਖਰਚਾ ਸਾਡੇ ਕੋਲ ਲੈ ਕੇ ਜਾਓ, ਅਰਦਾਸ ਬੇਨਤੀ ਕਰਦੇ ਆ ਜਿੱਤ ਪ੍ਰਾਪਤ ਕਰਕੇ ਆਉਣੀ ਹੈ, ਖਾਲਸੇ ਦਾ ਪੂਰਾ ਸਹਿਯੋਗ ਦੇਣਾ ਹੈ ਤੇ ਵਾਪਸ ਨਹੀਂ ਆਉਣਾ ਹੈ। ਖਰਚੇ ਦੇ ਕੇ ਭੇਜਿਆ ਹੈ। ਮਹਾਰਾਜ ਵਾਲੇ ਕਿਸ ਲੁੱਟਣ ਆਏ। ਇਹ ਮਹਾਰਾਜ ਵਾਲੇ ਛੇ ਪਾਤਸ਼ਾਹ ਜੋ ਸਥਾਨ ਵਸਾਇਆ ਹੈ ਨਾ ਮਹਾਰਾਜ ਵਾਲੇ, ਇੱਥੋਂ ਦੇ ਲੋਕ ਵੀ ਕੁਝ ਲੁੱਟਣ ਦੀ ਭਾਵਨਾ ਨਾਲ ਆਏ ਆ ਵੀ ਖਾਲਸੇ ਨੇ ਹੁਣ ਜਿੱਤਣਾ ਆ, ਜੰਗਾਂ ਕਰਨੀਆਂ, ਸ਼ਹਿਰ ਸਰਹੰਦ ਆਦਿਕ ਸਮਾਣਾ ਬਹੁਤ ਵੱਡੇ ਆ, ਚਲੋ ਇੱਥੇ ਲੁੱਟਾਂਗੇ, ਬਸਤਰ ਜੋ ਵੀ ਕੁਝ ਮਿਲੂਗਾ ਇਹ ਲੁੱਟਣ ਦੀ ਭਾਵਨਾ ਨਾਲ ਆਏ ਹੋਏ ਇਕੱਠੇ ਹੋ ਕੇ ਕੁਝ ਖਰਚ ਨਾ ਧਾਏ। ਤੇ ਜੋ ਫੂਲਕਿਆਂ ਦੇ ਪੁੱਤਰ ਹੈ ਨਾ ਇਹਨਾਂ ਨੂੰ ਖਰਚਾ ਲੈ ਕੇ ਆਏ ਹੋਏ ਵੀ ਸਾਨੂੰ ਖਰਚਾ ਦਿਓ, ਅਸੀਂ ਵੀ ਨਾਲ ਹੀ ਜਾਣਾ ਹੈ। ਕੋਟ ਕਪੂਰੀਏ ਆਏ ਨਾ ਕਈ। ਇਹ ਕੋਟ ਕਪੂਰੇ ਵਾਲੇ ਤੇ ਪਹਿਲੇ ਦਿਨੋਂ ਹੀ ਮਾੜੇ ਰਹੇ, ਇਹ ਤੇ ਆਏ ਨਹੀਂ ਹਨ। ਇਹਦੇ ਜਦੋਂ ਜਿਹੜਾ ਕਪੂਰਾ ਸੀ ਨਾ, ਮਹਾਰਾਜ ਨੇ ਇਹਨੂੰ ਕਿਹਾ ਸੀ ਕਪੂਰਿਆ ਸਾਨੂੰ ਵੇਲੀ ਦੇ ਦੇ ਇੱਕ ਦਿਨ, ਤੇ ਕਪੂਰਾ ਉਹਦੇ ਕਹਿੰਦਾ ਮਹਾਰਾਜ ਮੈਂ ਆਪਣਾ ਘਾਣ ਬੱਚਾ ਪੀੜਪੜ ਕਰਾਉਣਾ ਹੈ, ਮੈਂ ਮਗਰ ਜਿਹੜੇ ਵਜ਼ੀਰ ਖਾਨ ਨੂੰ ਨਹੀਂ ਚੜੇ ਹੁੰਦੇ ਮੈਂ ਤੁਹਾਨੂੰ ਕੋ ਥਾਂ ਦੇਵਾਂ। ਇਸ ਤਰ੍ਹਾਂ ਜਿਹੜਾ ਕਪੂਰਾ ਸੀ ਇਹ ਉਦੋਂ ਵੀ ਮਹਾਰਾਜ ਨਾਲ ਆਕੜਿਆ, ਕਹਿੰਦਾ ਮੈਂ ਫਾਂਸੀ ਥੋੜੀ ਚੜਨਾ। ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਫਾਂਸੀ ਚੜੇਗਾ ਹੀ ਜੇ ਤੂੰ ਕਹਿੰਦਾ ਤੇ। ਫਿਰ ਇਹ ਕਪੂਰਾ ਫਾਂਸੀ ਚੜਿਆ ਸੀ ਤੇ ਇਹਨੇ ਕੁਝ ਨਹੀਂ ਖਟਿਆ। ਇਸੇ ਤਰ੍ਹਾਂ ਕੋਟ ਕਪੂਰੇ ਵਾਲੇ ਏਡੇ ਬੇਈਮਾਨ ਕੋਈ ਨਹੀਂ ਆਏ ਹੈ। ਜਦੋਂ ਕਪੂਰਾ ਜੀਂਦਾ ਸੀ ਉਹ ਵੀ ਖਾਲੀ ਰਿਹਾ, ਇਹ ਨਗਰ ਦੇ ਲੋਕ ਵੀ ਖਾਲੀ ਰਹੇ, ਨਾ ਕੁਝ ਨਹੀਂ ਖੱਟੀ ਕੀਤੀ ਹੈ। ਤਬ ਬੰਦਾ ਨੇ ਦੌੜ ਕਰ। ਤਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੌੜ ਕਰਕੇ ਉਸਮਾਨਾ ਮਾਰ ਖਾਲਸਾ ਨਾਲ ਲੈ ਲਿਆ, ਬੜੀ ਚੜ੍ਹਦੀ ਕਲਾ ਨਾਲ ਜਕਾਰੇ ਅਕਾਲ ਕਾਲ ਦੇ ਜਗਾਉਂਦੇ ਹੋਏ ਜਿਹੜਾ ਸਮਾਣਾ ਸ਼ਹਿਰ ਨੂੰ ਮਾਰ ਲਿਆ, ਜਿੱਤ ਲਿਆ ਹੈ। ਆਈ ਫਤਿਹ ਸਿੰਘ ਕੋ। ਜਿਹੜਾ ਭਾਈ ਫਤਿਹ ਸਿੰਘ ਸੀ ਨਾ ਭਾਈ ਕੇ ਚੱਕ ਵਾਲਾ, ਕਹਿੰਦੇ ਇਹਦੇ ਹਿੱਸੇ ਫਤਿਹ ਆਈ, ਭਾਵੇਂ ਇਹਨਾਂ ਦਾ ਸਿੰਘਾਂ ਦਾ ਦਸਤਾ ਬਹੁਤ ਅੱਗੇ ਹੋ ਕੇ ਲੜਿਆ ਹੈ। ਬੰਦੇ ਕੀਓ ਕੁਝਦਾਰ। ਉਹ ਜੋਗ ਜਾਣ ਕੇ ਵੀ ਆਪਾਂ ਇਹ ਅੱਗੇ ਆਗੂ ਲੱਗਣ ਵਾਲੇ ਚੰਗੇ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫੌਜਦਾਰ ਕਰ ਦਿੱਤਾ,
ਸੈਨਾਪਤੀ ਕਰ ਦਿੱਤਾ, ਭਾਵ ਅੱਗੇ ਲਾ ਦਿੱਤਾ ਵੀ ਅਗਰ ਤੁਸੀਂ ਜਿਹੜਾ ਇੱਕ ਸਿੰਘਾਂ ਦਾ ਦਸਤਾ ਸੰਭਾਲਣਾ ਹੈ। ਚੌਪਈ ਲਿਓ ਮਾਰ ਜਬ ਸ਼ਹਿਰ ਸਮਾਨ, ਜਦੋਂ ਸ਼ਹਿਰ ਸਮਾਣਾ ਮਾਰ ਲਿਆ ਤੁਰਕੜਾਂ ਦੇ ਹੱਥੋਂ, ਤਬ ਤੁਰਕਣ ਸਿਰ ਕਹਿਰ ਬਿਹਾਨ, ਇਹਨਾਂ ਦੇ ਸਿਰ ਤੇ ਕਹਿਰ ਢਹਿ ਪਿਆ। ਕਹਿੰਦੇ ਹਾਏ ਮਾਰੇ ਗਏ ਹਾਂ ਤੇ ਲੁੱਟੇ ਗਏ, ਹੁਣ ਨਹੀਂ ਸਿੰਘ ਛੱਡਦੇ ਸਾਨੂੰ। ਬਿਨ ਬੋਧੀ ਜੋ ਸਿੰਘਨ ਪਾਇਓ, ਇਹ ਸਿੰਘਾਂ ਨੇ ਸਮਾਣੇ ਸ਼ਹਿਰ ਜਿਹੜਾ ਹੀ ਬਿਨਾਂ ਬੋਧੀ ਤੋਂ ਪਾਇਆ ਨਾ, ਦੇਖਦਾ ਵੀ ਇਹ ਹਿੰਦੂ ਨਹੀਂ ਹੈਗਾ, ਇਹ ਟੋਪੀ ਵਾਲਾ ਹੈ, ਸੁੰਨਤ ਵਾਲਾ ਹੈ ਤੇ ਮੁੱਛਾਂ ਕੱਟੀਆਂ ਵਾਲਾ ਹੈ। ਉਮੜ ਜਿਮ ਤਿਨ ਸੀਸ ਉਡਾਇਓ, ਸਿੰਘਾਂ ਨੇ ਕੋਈ ਕਸਰ ਨਹੀਂ ਛੱਡੀ। ਜਿਵੇਂ ਕੱਦੂ ਵਰਗੇ ਤੂੰਬੜੇ ਨੂੰ ਡਾ ਦੇਈਦਾ, ਇਸ ਤਰ੍ਹਾਂ ਸਾਰੇ ਤੂੰਬੜਿਆਂ ਵਾਂਗੂ ਸੀਸ ਢਾਏ, ਸਿਰ ਢਾਏ ਹਥਿਆਰਾਂ ਨਾਲ, ਸ਼ਸਤਰਾਂ ਨਾਲ। ਦੋਹਰਾ ਵਜ਼ੀਰਾ ਕਾਰਾ ਜਦ ਕੀਓ, ਇਹ ਫਿਰ ਉਹ ਸਮਾਣੇ ਵਾਲੇ ਕਹਿਣ ਲੱਗ ਪਏ, ਕਹਿੰਦੇ ਆ ਜਿਹੜਾ ਵਜ਼ੀਰ ਖਾਨ ਸੀ ਨਾ, ਦੁਸ਼ਟ ਪਾਪੀ ਬੇਈਮਾਨ, ਇਹਨੇ ਜਿਹੜਾ ਜ਼ੁਲਮ ਕੀਤਾ, ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਹੈ। ਮਾਣੀਏ ਪੀਛੇ ਨਾਲ, ਭਾਈ ਸਾਹਿਬ ਜੀ ਕਹਿੰਦੇ ਤੂੰ ਹੁਣ ਪਛਤਾਉਂਦੇ ਆ, ਤੇ ਸਮਾਣੀਏ ਇਹ ਨਾਲ ਹੀ ਸੀ। ਉਦੋਂ ਵੇਖਿਆ ਹੁੰਦਾ ਨਾ ਵੀ ਕੋਈ ਤਗੜਾ ਕਿਸੇ ਨੂੰ ਮਾਰੇ ਤੇ ਕਈ ਐਵੇਂ ਨਾ ਲੈਣ ਜਿਹਨਾਂ ਦੇਣ ਜੋ ਨਾਲ ਹੀ ਖੜ ਜਾਣਗੇ, ਆਹੋ ਇਹਨੂੰ ਮਾਰੋ, ਕੋਈ ਗੱਲ ਨਹੀਂ, ਇਹ ਗਲਤ ਸੀ, ਇਹ ਗਲਤ ਸੀ, ਤਾਂ ਬੜੀਆਂ ਗੱਲਾਂ ਕਰਦੇ ਆ। ਇਸੇ ਪ੍ਰਕਾਰ ਸਮਾਣੀਏ ਪੂਰਾ ਸਾਥ ਦੇ ਰਹੇ ਸੀ ਨਾਲ। ਫੌਜ ਨਾਲ ਉਹ ਵੀ ਹੁਤੈ, ਉਹ ਵੀ ਫੌਜਦਾਰ ਹੈ ਸੀ ਨਾਲ। ਕੀ 22 ਵਾਰ, 22 ਜਿਹੜੀਆਂ ਪਾਲਕੀਆਂ ਸੀ ਇਹਨਾਂ ਦੇ ਇੱਥੋਂ ਹੀ ਸਰਦਾਰ ਨਿਕਲਦੇ ਚੱਲਦੇ ਸੀ ਸਮਾਣੇ ਤੋਂ ਹੀ। ਤੇ ਕਹਿੰਦੇ ਵਜ਼ੀਰ ਖਾਨ ਕੱਲਿਆਂ ਫੈਸਲਾ ਨਹੀਂ ਕਰਨਾ, ਤੇਰੇ ਨਾਲ ਆ, ਪੂਰੀ ਮਦਦ ਕਰਾਂਗੇ ਤੇਰੀ। ਸ਼ਹਿਰ ਸਮਾਣੋ ਜਬ ਲਿਓ ਮਾਰ, ਬਾਬਾ ਬੰਦਾ ਸਿੰਘ ਜੀ ਨੇ ਖਾਸ ਸਿੰਘ ਜਦੋਂ ਸਮਾਣਾ ਸ਼ਹਿਰ ਮਾਰ ਲਿਆ, ਖਤਮ ਕਰ ਲਿਆ। ਦਲਿੱਦਰ ਦਲਿੱਦਰਨ ਵਾਰ, ਇਹ ਗਰੀਬਾਂ ਨਾਥਾਂ ਦਲਿੱਦਰੀਆਂ ਦਾ ਤੇ ਸਾਰਾ ਜਿਹੜਾ ਦਲਿੱਦਰ ਚਲਾ ਗਿਆ। ਕਿਸੇ ਨੂੰ ਵਸਤਰ ਮਿਲ ਗਏ, ਕਿਸੇ ਨੂੰ ਮੋਹਰਾਂ ਮਿਲ ਗਈਆਂ, ਕਿਸੇ ਨੇ ਸ਼ਸਤਰ ਨਾ ਛੱਡਿਆ, ਕਿਸੇ ਨੇ ਘੋੜਾ ਨਾ ਛੱਡਿਆ, ਜੋ ਕਿਹਦੇ ਹੱਥ ਗਿਆ ਲੁੱਟ ਲਿਆ ਹੈ ਦਲਿੱਦਰੀਆਂ ਜਿਹੜੇ ਗਰੀਬ ਨਾਥ ਹਨ। ਬੰਦੇ ਨੇ ਚਿੱਤ ਵਿਚਾਰੀ, ਤਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚਿੱਤ 'ਚ ਵਿਚਾਰੀ ਇਹ ਗੱਲ। ਵਜ਼ੀਰਾਂ ਲੁੱਟੀਆਂ ਫੌਜ ਕਰ ਭਾਰੀ, ਇਹ ਖਾਲਸਾ ਨੂੰ ਮੈਂ ਕਹਿਣਾ ਚਾਹੁੰਦਾ ਵੀ ਖਾਲਸਾ ਜੀ ਫੌਜ ਭਾਰੀ ਕਰਕੇ ਨਾ ਵਜ਼ੀਰ ਖਾਨ ਨੂੰ ਤਾਂ ਲੁੱਟੀ, ਇੱਥੇ ਖਜ਼ਾਨਾ ਵੀ ਬਹੁਤ ਹੈ, ਇਹਦੇ ਕੋਲ ਫੌਜ ਦਾ ਦਸਤਾ ਵੀ ਬਹੁਤ ਹੈ, ਕਿਉਂਕਿ ਇੱਥੇ ਹੀ ਸਾਨੂੰ ਪੂਰਾ ਇਕੱਠ ਚਾਹੀਦਾ ਨਾਲ ਕਰਨਾ, ਫੇਰ ਆਪਾਂ ਨੂੰ ਜਿੱਤ ਸਕਦੇ ਹਾਂ। ਭਾਰੀ ਫੌਜ ਕਰਕੇ ਲੁੱਟੀਏ। ਵਜ਼ੀਰੇ ਘੱਲੇ ਹਰਕਾਰੇ, ਇਧਰੋਂ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵੀ ਸਮਾਣੇ ਚ ਭਾਣਾ ਵਰਤਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਇਸੇ ਕਰਕੇ ਉਹਨੇ ਆਪਣੇ ਕੁਝ ਕੁ ਜਿਹੜੇ 2 ਜਾਣੇ ਨਾ ਜਸੂਸ ਜੇ ਐਵੇਂ ਉਹ ਭੇਜੇ ਹਨ। ਬੰਦਾ ਕਹਿਓ ਤਬ ਅਗਮ ਵਿਚਾਰੇ, ਬਾਬਾ ਬੰਦਾ ਸਿੰਘ ਬਹਾਦਰ ਜੀ ਹੁਣ ਸ਼ਕਤੀ ਵੀ ਹੈ, ਜਿਸ ਕਰਕੇ ਕਹਿੰਦੇ ਉਹਨਾਂ ਨੇ ਪਹਿਲਾਂ ਹੀ ਬਿਨਾਂ ਸੁਣੇ ਸੁਣਾਏ ਤੋਂ ਦੇਖੇ ਦਿਖਾਏ ਤੋਂ ਵਿਚਾਰ ਕੇ ਕਿਹਾ ਹੈ ਸਿੰਘਾਂ ਨੂੰ। ਇੱਕ ਹੈ ਕਾਣੋ ਇੱਕ ਹੱਥ ਏਕ, ਖਾਲਸਾ ਜੀ ਇੱਕ ਬਚਨ ਕਰਦੇ ਤੁਹਾਡੇ ਨਾਲ, ਇਹ 2 ਕੇ ਜਸੂਸ ਵਜ਼ੀਰ ਖਾਨ ਨੇ ਛੱਡੇ ਹੋਏ ਆ, ਇਹਦੇ ਭੇਜੇ ਆ ਸਾਡੇ ਮਗਰ ਸਮਾਣੇ ਵਿੱਚ। ਇੱਕ ਤਾਂ ਹੈ ਕੱਖੋਂ ਕਾਣਾ, ਇੱਕ ਹੈ ਹੱਥੋਂ ਇੱਕ ਭਾਵ ਟੁੰਡਾ ਜਾਈ ਹੈ। ਪਕੜ ਮੰਗਾਵੇ ਬਾਜ਼ਾਰੋਂ ਦੇਖ, ਤੇ ਉਹ ਖਾਲਸਾ ਜੀ ਬਾਜ਼ਾਰ ਦੇ ਵਿੱਚ ਤੁਰੇ ਫਿਰ ਰਹੇ ਚਲਾਕੀ ਕਰਦੇ, ਉਹਨਾਂ ਨੂੰ ਦੇਖ ਕੇ ਨਾ ਪਕੜ ਕੇ ਮੰਗਾਓ, ਲੈ ਕੇ ਆਓ ਬਾਜ਼ਾਰ ਚੋਂ। ਦੱਸੇ ਸੋ ਤਹਾਂ ਥੇ ਖੜੇ, ਇਹ ਜਿੱਥੇ ਦੱਸੇ ਸੀ ਨਾ ਫਲਾਣੇ ਥਾਂ ਖੜੇ ਆ 2 ਜਾਣੇ, ਇੱਕ ਟੁੰਡਾ ਤੇ ਇੱਕ ਕਾਣਾ, ਕਹਿੰਦੇ ਉੱਥੇ ਖੜੇ ਸੀ। ਆਈ ਸਿੰਘ ਉਹਾਂ ਤੇ ਫੜੇ, ਸਿੰਘ ਚਲੇ ਗਏ ਆ ਤਗੜਿਆ ਹੋ ਕੇ, ਸਰੀਰ ਬੜੇ ਤਗੜੇ ਸਿੰਘਾਂ ਦੇ, ਉਹਨਾਂ ਨੂੰ ਫੜ ਲਿਆ ਹੈ ਉੱਥੋਂ। ਤੇ ਮਾਰਤਾ ਗੰਜੇ ਕਰੇ, ਇੱਕ ਸਿੰਘਾਂ ਨੇ ਕਸਰ ਨਹੀਂ ਛੱਡੀ ਵੀ ਚਲੋ ਉੱਥੇ ਕਾਰਵਾਈ ਕਰਾਂਗੇ, ਉਹ ਬਾਜ਼ਾਰ 'ਚ ਹੀ ਫੜ ਲਿਆ ਤੇ ਜੁੱਤੇ ਮਾਰਦੇ ਗੰਜੇ ਕਰ ਛੱਡੇ, ਮਾਰ ਕੇ ਜੁੱਤੀਆਂ। ਨਾਮ ਵਜ਼ੀਰਾ ਲੈ ਖਰੇ, ਤੇ ਨਾਮ ਵਜ਼ੀਰ ਖਾਨ ਦੇ ਲੈ ਕੇ ਇਹ ਜਿਹੜੇ ਆ ਖੜੇ ਆ, ਪਾਓ ਪੁੱਛਦੇ ਹੋ ਦੱਸੋ ਵਜ਼ੀਰ ਖਾਨ ਦੇ ਬੰਦੇ ਨਾ ਤੁਸੀਂ? ਨਹੀਂ ਅਸੀਂ ਵਜ਼ੀਰ ਖਾਨ ਦੇ ਨਹੀਂ ਹੋ। ਫਿਰ ਪੁੱਛਦੇ ਸਿੰਘ, ਫਿਰ ਜੁੱਤੀਆਂ ਮਾਰਦੇ ਆ, ਐਵੇਂ ਜੁੱਤੀਆਂ ਮਾਰ ਕੇ ਵਜ਼ੀਰ ਖਾਨ ਦਾ ਨਾਂ ਲੈ ਕੇ ਤੇ ਖੜੇ ਐ। ਲਿਖ ਕੇ ਚਿੱਠੇ ਉਨ ਹੱਸ ਦੇ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਵੀ ਐਵੇਂ ਕਣ ਜਸੂਸੀਆਂ ਕਰਦੇ ਹੋ, ਇੱਥੇ ਚੋਰੀ ਛੱਪੀ ਉਹਦੀ ਲੋੜ ਹੀ ਕੋਈ ਨਹੀਂ ਆ, ਤੁਹਾਨੂੰ ਚਿੱਠੀਆਂ ਦਿੰਦੇ ਆ ਤੇ ਇਹ ਲੈ ਕੇ ਜਾਓ। ਚਿੱਠੀਆਂ 2 ਲਿਖ ਦਿੱਤੀਆਂ, ਇੱਕ ਤੇ ਲਿਖ ਕੇ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ ਹੈ। ਵਜ਼ੀਰੇ ਹਮ ਅਬ ਆਏ, ਇਹਦੇ ਵਿੱਚ ਕੀ ਲਿਖਿਆ? ਵਜ਼ੀਰ ਖਾਨ ਅੱਜ ਜਸੂਸ ਕਾਹਨੂੰ ਭੇਜਦਾ ਫਿਰਦਾ, ਤੂੰ ਤਗੜਿਆ ਹੋ ਜਾ, ਗੁਰੂ ਦਾ ਖਾਲਸਾ ਤੇਰੇ ਕੋਲ ਲੈ ਆਇਆ ਹੀ ਲੈ, ਜਿਹਨੂੰ ਕੋਈ ਬੁਲਾਉਣਾ, ਜਿਹੜੀ ਕੋਈ ਮਦਦ ਲੈਣੀ ਆ, ਜਿਹੜਾ ਕੋਈ ਸੂਬੇਦਾਰ ਤੇਰੀ ਮਦਦ ਆਉਂਦਾ ਉਹਨੂੰ ਲੈ ਆਇਆ, ਖਾਲਸਾ ਆਇਆ ਹੀ ਆ ਤੇਰੇ ਕੋ ਹੁਣੇ। ਸੁਣ ਵਜ਼ੀਰੇ ਚਿੰਤਾ ਜਾਣੀ, ਇਹ ਸੁਣ ਕੇ ਇਹਨੇ ਤੇ ਹੱਥਾਂ ਪੈਰਾਂ ਦੀ ਪੈ ਗਈ ਹੈ, ਬੜੀ ਇਹਨੇ ਚਿੰਤਾ ਜਾਣੀ ਹੈ। ਨਾ ਬੰਦਾ ਯੋ ਮਤ ਆਨੀ, ਇਹ ਮਾਤੀ ਵਿਚਾਰਦਾ ਸਮਾਨਾਂ ਤੇ ਲਿਆ ਲੁੱਟ, ਹੁਣ ਅਸੀਂ ਨਹੀਂ ਬਚਦੇ। ਕਹਿੰਦੇ ਬੰਦਾ ਜਿਹੜਾ ਨਾ ਬੜਾ ਖਤਰਨਾਕ ਲੱਗਦਾ, ਨਹੀਂ ਛੱਡੇਗਾ,
ਇਹ ਮਨ ਚ ਵਿਚਾਰੀ ਕਹਿੰਦਾ ਵੀ ਜ਼ਰੂਰ ਮੇਰਾ ਤੇ ਹੁਣ ਖਾਤਮਾ ਹੋ ਹੀ ਜਾਣਾ ਲੱਗਦਾ। ਸ਼ਹਿਰ ਮੈਂ ਪੈ ਗਇਓ ਥਰਥੱਲਾ। ਇਸ ਤਰ੍ਹਾਂ ਕਹਿੰਦੇ ਸ਼ਹਿਰ ਸਰਹੰਦ ਦੇ ਵਿੱਚ ਥਰਥੱਲੀ ਪੈ ਗਈ ਹੈ। ਉੱਥੇ ਤੇ ਲੋਕਾਂ ਵਿੱਚ ਰੌਲਾ ਪੈ ਗਿਆ। ਕਹਿੰਦੇ ਆ ਬੰਦਾ ਸਿੰਘ ਬਹਾਦਰ ਨਾਮ ਕਰਕੇ ਗੁਰੂ ਨੇ ਭੇਜਿਆ ਲੱਖਾਂ ਦੀ ਧਰਤੀ ਤੋਂ। ਉਹਨੇ ਚਿੱਠੀ ਭੇਜੀ ਵਜ਼ੀਰ ਖਾਨ ਨੂੰ ਵੀ ਵਜ਼ੀਰ ਖਾਨ ਤਗੜਿਆ ਆ ਜਾ, ਅਸੀਂ ਆ ਰਹੇ ਆ। ਤੇ ਕਹਿੰਦੇ ਹੁਣ ਨਹੀਂ ਲੱਗਦਾ ਛੱਡਦਾ। ਵਜ਼ੀਰ ਖਾਨ ਨੂੰ ਤੇ ਹੱਥਾਂ ਪੈਰਾਂ ਦੀ ਪਈ ਆ। ਸ਼ਹਿਰ ਜੀ ਥਰਥੱਲਾ ਮੱਚ ਗਿਆ ਵੀ ਇਹਦੇ ਨਾਲ ਕੌਣ ਮੱਥਾ ਲਾਉਣ ਵਾਲਾ ਆ ਗਿਆ। ਘਰ ਘਰ ਚੱਲੇ ਬੰਦੇ ਕੀ ਗੱਲਾਂ। ਘਰ ਘਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਹੀ ਚੱਲ ਪਈ ਆ। ਆਈ ਦੋ ਬੰਦਾ ਭਈ। ਕਹਿੰਦੇ ਵੀ ਬਸ ਏਦਾਂ ਹੀ ਕਰੀ ਜਾਂਦੇ। ਹੁਣ ਵੀ ਆਇਆ ਬਾਬਾ ਬੰਦਾ ਸਿੰਘ, ਹੁਣ ਵੀ ਆਇਆ ਬਾਬਾ ਬੰਦਾ ਸਿੰਘ। ਇਹ ਬੰਦਾ ਹੀ ਹੋਈ ਪਈ ਹੈ। ਜਹਤ ਕਤਲ ਮਹ ਸ਼ਹਿਰ ਕਈ। ਕਹਿੰਦੇ ਆ ਵੀ ਉਹ ਕਹਿੰਦੇ ਵੀ ਇਹ ਜਿਹੜਾ ਸ਼ਹਿਰ ਹੈ ਨਾ ਇਹਦੇ ਵਿੱਚ ਕਤਲ ਹੋ ਜਾਣੇ ਹੁਣ। ਤੇ ਉਹ ਬੰਦਾ ਸਿੰਘ ਕਹਿੰਦੇ ਘੱਟ ਨਹੀਂ ਕਹਿੰਦੇ ਬਹੁਤ ਗੁੱਸੇ ਵਾਲਾ, ਉਹ ਕਤਲ ਹੀ ਕਰਨਾ ਚਾਹੁੰਦਾ ਸਰਹੰਦ ਸਾਰੀ ਨੂੰ। ਦੋਹਰਾ ਵਜ਼ੀਰਾ ਕੀ ਉਹ ਗਜਬ ਜੋ। ਕਹਿੰਦੇ ਭਲਾ ਕਾਰਨ ਕੀ ਆ? ਇਹ ਜਿਹੜਾ ਵਜ਼ੀਰ ਖਾਨ ਨੇ ਗਜਬ ਕੀਤਾ ਨਾ, ਛੋਟੇ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਬਿਨਾਂ ਵਿਚਾਰੇ ਤੋਂ ਹੀ। ਭਇਓ ਸ਼ਹਿਰ ਕੇ ਨਾਏ। ਕਹਿੰਦੇ ਸ਼ਹਿਰ ਦੇ ਸਿਰ ਤੇ ਆਣ ਪਈ ਐ, ਕਰੇ ਕੋਈ ਭੁਗਤੇ ਕੋਈ ਕਰਨੀ, ਇਹਦੀ ਭੁਗਤਣੀ ਸਾਨੂੰ ਪਏਗੀ। ਸੋ ਦੁੱਖ ਸੋ ਮੁਖ ਗੁਰ ਕਹਿਓ। ਕਹਿੰਦੇ ਇਹ ਹੁਣ ਉਹ ਪੈ ਗਿਆ ਸਮਾਂ ਜੋ ਸਤਿਗੁਰੂ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਰਾਏ ਕੱਲੇ ਦੇ ਪਾਸ ਭਾਈ ਮਾਹੀ ਪਾਸੋਂ ਸੁਣ ਕੇ ਕਿਹਾ ਸੀ। ਤੇ ਸ੍ਰੀ ਸਾਹਿਬ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟਦਿਆਂ ਕਿਹਾ ਸੀ ਨਾ ਵੀ ਮਲੇਰੀਆ ਨੇ ਤੇ ਆਪਣੀ ਜੜ ਰੱਖ ਲਈ ਹੈ, ਇਹ ਤੁਰਕਾਂ ਦੀ ਜਿਹੜੀ ਪੁੱਟੀ ਗਈ। ਇਹ ਮਹਾਰਾਜ ਨੇ ਬਚਨ ਕਿਹਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਮੁੱਖ ਜੋ ਬਚਨ ਕਿਹਾ ਸੀ ਮਹਾਰਾਜ ਜੀ ਨੇ, ਇਟ ਦਰਿਆਏ ਪਾਏ। ਤੇ ਮਹਾਰਾਜ ਨੇ ਕਿਹਾ ਸੀ ਵੀ ਇਹ 5-5 ਇੱਟਾਂ ਮੇਰਾ ਖਾਲਸਾ ਜਿਹੜਾ ਸਿੰਘ ਹੋਊ ਇਹ ਸਤਲੁਜ ਪਾਏਗਾ। ਇਹ ਹੁਣ ਖਾਲਸਾ ਪਾ ਕੇ ਰਹੂਗਾ, ਇਹ ਨਹੀਂ ਬਚਦਾ ਹੈ। ਸਰਹੰਦ ਉੱਜੜ ਜਾਏਗੀ। ਕਿਉਂਕਿ ਜਦੋਂ ਸਾਹਿਬਜ਼ਾਦੇ ਸ਼ਹੀਦੀ ਕਰ ਲੱਗੇ ਸੀ ਨਾ ਤੇ ਮਲੇਰਕੋਟਲੀਏ ਉਹਨਾਂ ਨੇ ਕਿਹਾ ਸੀ, ਹੋਰ ਹੀ ਸੰਗਤ ਨੇ ਕਿਹਾ ਸੀ ਉੱਥੇ ਮਲੇਰਕੋਟਲੀਆਂ ਨੇ, ਕਹਿੰਦੇ ਵਜੀਦਿਆ ਜਿੱਥੇ ਤੂੰ ਲੜਨਾ ਸੀ ਉੱਥੇ ਤੂੰ ਲੜ ਨਾ ਸਕਿਆ। ਤੇ ਕਹਿੰਦੇ ਉਹ ਚਮਕੌਰ ਦੀ ਗੜੀ ਵਿੱਚ ਤੂੰ ਐਵੇਂ ਛਾਲ ਮਾਰ ਕੇ ਹਾਥੀ ਤੋਂ ਡਿੱਗਾ ਸੀ ਜਿਵੇਂ ਕਬਰ 'ਚ ਮੁਰਦਾ ਪਿਆ ਹੁੰਦਾ। ਤੇ ਹੁਣ ਇਹਦੇ ਸ਼ੀਰਖੋਰ ਬੱਚਿਆਂ ਨੂੰ ਤੂੰ ਬਦਲਾ ਲੈਣ ਡਿਆ। ਖਵਾਜਾ ਮਜ਼ਦੂਰ ਨੇ ਦਰਸ਼ਨ ਜਿਹੜੀ ਚਮਕੌਰ ਦੀ ਗੜੀ ਹੈ ਉਹਦੇ ਨਾਲ ਲਾ ਕੇ ਜਾਨ ਬਚਾਈ ਸੀ, ਉੱਥੇ ਤੁਸੀਂ ਕੁਝ ਕਰ ਨਾ ਸਕੇ। ਹੁਣ ਤੁਸੀਂ ਸ਼ੀਰਖੋਰ ਬੱਚਿਆਂ ਨੂੰ ਦੱਸ ਕੀ ਵਿਗਾੜਿਆ, ਤੁਸੀਂ ਬਦਲਾ ਲੈਣਾ ਚਾਹੁੰਦੇ ਹੋ। ਇਸ ਕਰਕੇ ਤੂੰ ਇਹ ਜਿਹੜਾ ਕੰਮ ਕਰ ਰਿਹਾ ਵੇਖ ਸਰਹੰਦ ਜਿਹੜੀ ਹੈ ਉੱਜੜ ਜਾਏਗੀ, ਵਸਦੀ ਨਹੀਂ ਰਹੇਗੀ। ਤੇ ਇਹਦਾ ਸਾਹ ਸਮਝੀ ਮਨ ਫਿਰ ਗਿਆ ਸੀ। ਪਰ ਸੁੱਚਾ ਆਨੰਦ ਕਹਿਣ ਲੱਗ ਪਿਆ, ਕਹਿੰਦਾ ਉਹ ਜਿਹਨੂੰ ਝੂਠਾ ਆਨੰਦ ਖਾਲਸਾ ਕਹਿੰਦੇ ਆ ਹੈ ਵੀ ਝੂਠਾ ਆਨੰਦ ਹੀ ਹੈ। ਕਹਿੰਦਾ ਵੇਖ ਲੋ ਇਹ ਨਵਾਬ ਸਾਹਿਬ ਜੀ ਜੇ ਤੁਸੀਂ ਬੱਚੇ ਛੱਡ ਦਿੱਤੇ ਨਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖੋ 31 ਸਾਲ ਜੰਗ ਕਰਦਿਆਂ ਕਿਤੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਪਹਾੜੀ ਰਾਜਿਆਂ ਨੂੰ। ਵੱਡਿਆਂ ਹੋ ਕੇ ਇਹਨਾਂ ਵੀ ਇਦਾਂ ਹੀ ਕਰਨਾ, ਅੱਗੇ ਤੁਹਾਡੀ ਮਰਜ਼ੀ ਹੈ। ਉਦੋਂ ਇਹਦਾ ਮਨ ਫਿਰ ਗਿਆ, ਕਹਿੰਦਾ ਸੀ ਇਹਨਾਂ ਨੂੰ ਸ਼ਹੀਦ ਕੀਤਾ ਜਾਂਦੀਆਂ ਚਿਣ ਕੇ ਫਿਰ ਇਹਨੇ ਫਤਵਾ ਲਗਵਾ ਦਿੱਤਾ ਸੀ। ਇਸ ਪ੍ਰਕਾਰ ਕਹਿੰਦੇ ਜਿਹੜੇ ਮਹਾਰਾਜ ਨੇ ਬਚਨ ਕਹੇ ਨਾ, ਇਹ ਸਰਹੰਦ ਜਿਹੜੀ ਵਸਦੀ ਨਹੀਂ ਰਹੇਗੀ, ਇਹ ਉੱਜੜ ਜਾਏਗੀ। ਇੱਟਾਂ ਦਰਿਆ 'ਚ ਹੁਣ ਪਾਈਆਂ ਜਾਣਗੇ। ਮਹਾਰਾਜ ਨੇ ਜਿਹੜੇ ਬਚਨ ਕਹੇ ਸੀ, ਇਹ ਜਿਹੜਾ ਗਜਬ ਕੀਤਾ ਕਰੇ ਕੋਈ ਭਰੇ ਕੋਈ, ਉਹ ਗੱਲ ਹੋ ਰਹੀ ਹੈ। ਇਸ ਪ੍ਰਕਾਰ ਸਰਹੰਦ ਦੇ ਲੋਕਾਂ 'ਚ ਥਰਥੱਲੀ ਮਚੀ ਹੋਈ ਹੈ। ਤੇ ਜਦੋਂ ਫਿਰ ਗੁਰੂ ਦਾ ਖਾਲਸਾ ਕਿ ਜਿਵੇਂ ਜਿੱਤਦਾ ਹੈ, ਉਹ ਸਾਰੇ ਪ੍ਰਸੰਗ ਅੱਗੇ ਤੋਂ ਅੱਗੇ ਆ ਜਾਣੇ ਆ। ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਧੰਨ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ, ਉਹਨਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰਦਿਆਂ ਗੁਰੂ ਖਾਲਸੇ ਦੀ ਕਥਾ ਕਰਦਿਆਂ ਇਹ ਕਨਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਬੋਲਣ ਦੀ ਜਾਚ ਆ ਜਾਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੀ ਸੇਵਾ ਵਿੱਚੋਂ ਕਿਣਕਾਂ ਮਾਤਰ ਸੇਵਾ ਬਖਸ਼ ਕੇ ਮਾਤੜਾ ਨੂੰ ਨਵਾਜਿਆ ਹੈ। ਸਮਾਂ ਮਿਲਿਆ ਗੁਰੂ ਚਰਨਾਂ ਵਿੱਚ, ਗੁਰੂ ਦੀ ਗੋਦ ਵਿੱਚ ਸੁਭਾਇਮਾਨ ਹੋਣ ਦਾ। ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦਾ, ਸਾਰੇ ਸੇਵਾਦਾਰਾਂ ਦਾ, ਗੁਰੂ ਕੇ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ। ਨਗਰ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਚਾਰਾਂ ਦੀ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਵਜੀਰਾ ਕੀਓ ਗਜਬ ਜੋ ਭਇਓ ਸ਼ਹਿਰ ਕੇ ਨਾਏ। ਸੋ ਦੁਖ ਸੋ ਮੁਖ ਗੁਰ ਕਹਿਓ ਇਟ ਦਰਿਆਏ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਅਰਦਾਸ